ਏਕ ਓੰਕਾਰਾ ਸਤਿਗੁਰੂ ਤੈ ਪ੍ਰਸਾਦਿ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਇ। ਸ਼੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਸ਼੍ਰੀ ਅੰਗਦ ਕੰਦਨ ਬਿਗਹਨਾ ਬਦਨ ਸੁਮੰਗਲ ਸਾਲ। ਭਰਨ ਸ਼ਰਨ ਕਰ ਚਰਨ ਕੋ ਨਮਸਕਾਰ ਧਰ ਭਾਲ। ਸ਼੍ਰੀ ਸਤਿਗੁਰ ਬਾਰੇ ਅਮਰ ਜੀ ਸ਼ਰਨ ਨਰਨ ਦੁਖ ਹਰਨ। ਕਾਰਣ ਕਰਨ ਸੁਜਾਨ ਮਨ ਨਮਸਕਾਰ ਤਿਨ ਚਰਨ। ਰਾਮਦਾਸ ਸੁਖ ਰਾਸ ਪ੍ਰਭ ਸੇਵਕ ਤਰਾਸ ਵਿਦਾਰ। ਪਗ ਪਰ ਮੁਰ ਪ੍ਰਣਾਮ ਹੈ ਪਰਣਾ ਸ਼ਰਨ ਵਿਚਾਰ। ਸ਼੍ਰੀ ਅਰਜੁਨ ਸਰੋਤਾ ਅਰਜ ਸਿਰਜਣ ਅਰਜ ਤਾਹੇ। ਲਰ ਜਿਤ ਜਮ ਜਿਨ ਨਾਮ ਤੇ ਬੰਦਾਂ ਤਿਨ ਜੁਗ ਪਾਏ। ਸ਼੍ਰੀ ਗੁਰੂ ਹਰਗੋਬਿੰਦ ਵਾਰ ਸਨਦ ਬਦ ਧਰ ਧਿਆਨ। ਬੰਦ ਦਉ ਕਰ ਬੰਦਨਾ ਸੁੰਦਰ ਦੁਤ ਮਦਿ ਨਾਮ। ਸ਼੍ਰੀ ਸਤਿਗੁਰ ਹਰਿ ਰਾਇ ਕੇ ਨਾਇ ਥਿਆਇ ਅਗ ਜਾਏ। ਕਰ ਪਦ ਪਰ ਪ੍ਰਣਾਮ ਕੋ ਯਤੇ ਨਿਧ ਸਿਧ ਆਏ। ਦਰਸ਼ਨ ਸ਼੍ਰੀ ਹਰਿ ਕ੍ਰਿਸ਼ਨ ਕਾ ਨਿਪੁਨ ਹਰਣ ਜੁਰ ਧੀਨਾ। ਚਰਨ ਮਨੋਹਰ ਬੰਦਨਾ ਜਿਨ ਸਿੱਖਨ ਸੁਖ ਕੀਨਾ। ਤੇਗ ਬਹਾਦਰ ਧਰਮ ਤੁਜ ਹਰਤਾ ਤੁਰਕਨ ਮੂਲਾ। ਚਰਨ ਸ਼ਰਨ ਤਾਰਨ ਤਰਨ ਨਮੋ ਹੋਏ ਅਨਕੂਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਅਵਤਾਰ। ਖੰਡੇ ਖੰਡ ਪਖੰਡ ਜਿਉ ਤਿਉ ਮਮ ਬਿਘਨ ਨਿਵਾਰ। ਸਰਬ ਪੰਥ ਗੁਰੂ ਗ੍ਰੰਥ ਕਾ ਨਮਸਕਾਰ ਬਹੁ ਬਾਰ। ਸਰਬ ਪੰਥ ਗੁਰੂ ਗ੍ਰੰਥ ਕਾ ਨਮਸਕਾਰ ਬਹੁ ਬਾਰ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਚੌਪਈ ਛਾਤੀ ਪਰ ਤੇ ਕਤਰੇ ਬਾਰਾ। ਸਿਰ ਤੇ ਜੂੜਾ ਕਾਟ ਉਤਾਰਾ। ਤਿਸ ਉਮਤ ਅਵਲੋਕਿਓ ਐਸੇ। ਸਭ ਹਿਨ ਕਰੀ ਬਾਰਤਾ ਤੈਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਮਿਹਰ ਕਿਰਪਾ ਰਹਿਮਤ ਹੋਈ ਹੈ। ਸੰਧਿਆ ਵੇਲੇ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਹੈ। ਸੋ ਦਾ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤਾ ਤੇ ਲੜੀਵਾਰ ਕਥਾ ਗੁਰਪ੍ਰਤਾਪ ਸੂਰਜ ਪ੍ਰਕਾਸ਼ ਜੀ ਦੀ, ਜਿਸ ਦੁਆਰਾ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਜੀਵਨ ਕਥਾ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀ ਮਹਾਰਾਜ ਆਗਰੇ ਦੇ ਵਿੱਚ
ਵਿਰਾਜਮਾਨ ਨੇ। ਬਹਾਦਰ ਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਅਟਕਾ ਲਿਆ ਵੀ ਮਹਾਰਾਜ ਚਮਾਸਾ ਹੈ, ਬਰਸਾਤਾਂ ਦੀ ਰੁੱਤ ਹੈ, ਅਤੇ ਆਪ ਜੀ ਸੋ ਜਿੰਨਾ ਚਿਰ ਮੀਂਹ ਪੈ ਰਹੇ ਨੇ, ਬਰਸਾਤਾਂ 2 ਮਹੀਨੇ ਰੁੱਤ ਚੱਲਣੀ ਹੈ, ਅਤੇ ਆਪ ਜੀ ਕਿਰਪਾ ਕਰਕੇ ਇੱਥੇ ਹੀ ਵਿਸ਼ਰਾਮ ਕਰੋ। ਅਤੇ ਨਾਲੇ ਮੇਰੇ ਮਨ ਦੀ ਖਾਹਿਸ਼ ਹੈ, ਮੈਂ ਵੱਧ ਤੋਂ ਵੱਧ ਆਪ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ, ਵੱਧ ਤੋਂ ਵੱਧ ਆਪ ਜੀ ਦੇ ਬਚਨਾਂ ਨੂੰ ਸੁਣਨਾ ਚਾਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਬਾਗ ਦੇ ਵਿੱਚ ਮਹਾਰਾਜ ਜੀ ਅਟਕੇ ਹੈ, ਅਤੇ ਇੱਥੇ ਫਿਰ ਇਹ ਖਾਨਖਾਨੇ ਦਾ ਬਾਗ ਹੈ। ਖਾਨਖਾਨਾ ਜਿਹੜਾ ਸਰਕਾਰੀ ਅਹੁਦੇਦਾਰ ਹੈ, ਅਤੇ ਇਹਦੇ ਸਰੀਰ ਦਾ ਰੋਗ ਸੀ, ਪੀੜਾ ਸੀ, ਦੂਰ ਨਹੀਂ ਸੀ ਹੁੰਦੀ। ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹਦੇ ਸਰੀਰ ਦੀ ਪੀੜਾ ਦੂਰ ਹੋਈ ਹੈ। ਬੜੀ ਸ਼ਰਧਾ ਹੈ ਇਸ ਦੇ ਮਨ ਦੇ ਵਿੱਚ। ਬਾਗ ਦੇ ਵਿੱਚ ਹੁਣ ਦੀਵਾਨ ਸਜਦਾ, ਸਵੇਰੇ ਵੀ ਸ਼ਾਮ ਵੀ ਲੰਗਰ ਪੱਕਦਾ, ਅਤੇ ਸਤਿਗੁਰੂ ਜੀ ਦੀ ਰਿਹਾਇਸ਼ ਵੀ ਇਸ ਬਾਗ ਦੇ ਵਿੱਚ ਹੀ ਹੈ, ਅਤੇ ਆਲੇ ਦੁਆਲੇ ਤੋਂ ਸੰਗਤਾਂ ਵੀ ਆ ਰਹੀਆਂ ਨੇ। ਇੱਕ ਨੌ ਦਾ ਖੱਤਰੀ ਜਦੋਂ ਮਹਾਰਾਜ ਦੇ ਚਰਨਾਂ 'ਚ ਪਹੁੰਚਾ ਸੀ, 6 ਸ਼ਾਸਤਰਾਂ ਦਾ ਗਿਆਤਾ ਸੀ, ਇਹਨੇ ਕੇਸਾਂ ਦੇ ਸੰਬੰਧ ਵਿੱਚ ਪ੍ਰਸ਼ਨ ਕੀਤਾ ਸੀ, ਮਹਾਰਾਜ ਤੁਸੀਂ ਇਹ ਨਵਾਂ ਜਿਹੜਾ ਪੰਥ ਚਲਾਇਆ, ਕੇਸ ਰੱਖਣੇ ਜ਼ਰੂਰੀ ਕਰ ਦਿੱਤੇ। ਉਹਨਾਂ ਦਿਨਾਂ ਦੇ ਵਿੱਚ ਕੇਸ ਕਟਾਉਣ ਦਾ ਰਿਵਾਜ ਪੈ ਚੁੱਕਾ ਸੀ, ਅਤੇ ਮਹਾਰਾਜ ਕਹਿੰਦੇ ਥੋੜ੍ਹੇ ਸਮੇਂ ਤੋਂ ਪਿਆ ਭਾਈ, ਪਹਿਲੋਂ ਸਾਰੇ ਕੇਸਾਧਾਰੀ ਹੁੰਦੇ ਸੀ। ਮੁਸਲਮਾਨਾਂ ਦੇ ਵਿੱਚ ਰਿਵਾਜ ਪੈ ਗਿਆ ਇਬਰਾਹੀਮ ਤੋਂ, ਪੈਗੰਬਰ ਤੋਂ। ਇਬਰਾਹੀਮ ਨੂੰ ਇਸ ਦੀ ਔਰਤ ਨੇ ਸਜ਼ਾ ਦਿੱਤੀ ਸੀ। ਇਸ ਕਰਕੇ ਇਹ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਕੇਸ ਕੱਟਣਾ ਫੈਸ਼ਨ ਨਹੀਂ, ਮੁਸਲਮਾਨਾਂ ਦੇ ਵਿੱਚ ਤਾਂ ਉਹਨਾਂ ਦੇ ਪੈਗੰਬਰ ਨੂੰ ਮਿਲੀ ਹੋਈ ਸਜ਼ਾ ਮਾਰ ਨੇ ਉਹ ਸਾਰਾ ਖੁਲਾਸਾ ਕੀਤਾ ਹੈ। ਅਤੇ ਕਿਵੇਂ ਸੱਚੇ ਪਾਤਸ਼ਾਹ ਜੀ ਹਿੰਦੂਆਂ ਦਾ ਵੀ ਜ਼ਿਕਰ ਕਰਦੇ ਨੇ, ਕੇਸ ਉੱਤਮ ਨੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੇਸਾਂ ਦੀ ਸੰਭਾਲ ਵਾਸਤੇ ਕੰਘਾ ਦਿੱਤਾ, ਦਸਤਾਰ ਦਿੱਤੀ, ਇਹ ਸਭ ਕੁਝ ਕੇਸਾਂ ਦੀ ਸੰਭਾਲ ਵਾਸਤੇ ਹੀ ਹੈ। ਆਓ ਇਹ ਪਾਵਨ ਪਵਿੱਤਰ ਕਥਾ ਸਰਵਣ ਕਰੀਏ ਜੀ। ਚੌਪਈ ਛਾਤੀ ਪਰ ਤੇ ਕਤਰੇ ਬਾਰਾ। ਇਬਰਾਹਿਮ ਪੈਗੰਬਰ ਦੀ ਛਾਤੀ ਤੋਂ ਵੀ ਵਾਲ ਕਤਰੇ ਗਏ ਸਨ। ਇਹ ਵੀ ਅੰਗ ਦੂਸਰੀ ਔਰਤ ਦੇ ਨਾਲ ਲੱਗੇ ਤੇ ਵਾਲ ਇੱਥੋਂ ਕਤਰ ਦੇਣੇ ਹਨ। ਸਿਰ ਤੇ ਜੂੜਾ ਕਾਟ ਉਤਾਰਾ। ਤੇ ਸਿਰ ਤੋਂ ਜੂੜਾ ਉਤਾਰਿਆ ਗਿਆ ਸੀਗਾ ਵੀ ਇਹ ਸਿਰ ਵੱਢਣ ਦੇ ਬਰਾਬਰ ਹੈ। ਵੀ ਸਜ਼ਾ ਤਾਂ ਇਹ ਸੀ ਵੀ ਸਿਰ ਕਲਮ ਕੀਤਾ ਜਾਵੇ, ਤੇ ਹੁਣ ਜੂੜਾ ਕੱਟ ਦਿੱਤਾ ਤੇ ਸਿਰ ਵੱਢ ਦਿੱਤਾ ਇੱਕ ਕਿਸਮ ਦਾ। ਸੱਚੇ ਪਾਤਸ਼ਾਹ ਜੀ ਮਾਰਨ ਦੇ ਲੋਕ ਕਿੱਦਾਂ ਦੀਆਂ ਗੱਲਾਂ ਜਿਹੜੀਆਂ ਕਿਸੇ ਨੂੰ ਪਤਾ ਹੀ ਨਹੀਂ ਸੀ ਕਦੋਂ ਇਬਰਾਹਿਮ ਹੋਇਆ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ 3 ਕਾਲ ਗਿਆਤਾ ਨੇ ਵੀ ਦੱਸਿਆ ਭਾਈ ਇਹ ਜਿਹੜਾ ਸਿਰ ਜੂੜਾ ਵੱਢਣਾ ਸਿਰ ਵੱਢਣ ਦੇ ਤੁਲ ਹੀ, ਬਲਕਿ ਸਿਰ ਵੱਢਣ ਤੋਂ ਵੀ ਵੱਡੀ ਸਜ਼ਾ ਮੰਨੀ ਜਾਂਦੀ ਸੀ ਜਿਹੜਾ ਜੂੜਾ ਕੱਟ ਦੇਣਾ। ਇਬਰਾਹਿਮ ਦਾ ਜੂੜਾ ਕੱਟਿਆ ਗਿਆ ਸੀ, ਇੱਕ ਸਜ਼ਾ ਸੀ, ਨਾ ਕਿ ਇਹ ਫੈਸ਼ਨ ਸੀ, ਨਾ ਕਿ ਇਹ ਰੀਤ ਸੀ, ਰਿਵਾਜ ਸੀ। ਤਿਸ ਉਮਤ ਅਵਲੋਕਿਓ ਐਸੇ। ਜਦੋਂ ਉਸ ਦੀ ਉਮਤ ਨੇ, ਉਹਨੂੰ ਮੰਨਣੇ ਵਾਲਿਆਂ ਨੇ ਜਦੋਂ ਆਪਣੇ ਪੈਗੰਬਰ ਨੂੰ ਇਸ ਹਾਲਤ ਵਿੱਚ ਵੇਖਿਆ, ਸਭ ਹਿਨ ਕਰੀ ਬਾਰਤਾ ਤੈਸੇ। ਤੇ ਫਿਰ ਇਬਰਾਹਿਮ ਨੇ ਆਪਣੀ ਨਮੋਸ਼ੀ ਜਿਹੜੀ ਬੇਇੱਜ਼ਤੀ ਹੁੰਦੀ ਸੀ, ਜੇ ਦੱਸੀ ਜਾਵੇ ਗੱਲ ਵੀ ਮੈਨੂੰ ਬੇਗਮ ਨੇ ਸਜ਼ਾ ਦਿੱਤੀ ਹੈ, ਉਹਨੇ ਕਿਹਾ ਮੈਨੂੰ ਅੱਲਾਹ ਤਾਲਾ ਵੱਲੋਂ ਹੁਕਮ ਹੋਇਆ ਵੀ ਇੱਦਾਂ ਦਾ ਭੇਖ ਚਲਾਉਣਾ ਜਿਹੜਾ ਇਸਲਾਮੀ ਹੈ, ਸੁੰਨਤ ਹੋਣੀ ਚਾਹੀਦੀ ਹੈ, ਸੋਲਾਵਾਂ ਕੱਟੀਆਂ ਹੋਣੀਆਂ ਚਾਹੀਦੀਆਂ, ਸਿਰ 'ਤੇ ਕੇਸ ਨਹੀਂ ਹੋਣੇ ਚਾਹੀਦੇ। ਇਹ ਭੇਖ ਮੈਨੂੰ ਪੈਗੰਬਰ ਨੇ ਕਿਹਾ, ਮੈਨੂੰ ਖੁਦਾ ਨੇ ਦੱਸਿਆ, ਖੁਦਾ ਨੇ ਕਿਹਾ, ਇਸ ਕਰਕੇ ਮੈਂ ਇਹ ਆਪਣਾ ਭੇਖ ਧਾਰਨ ਕੀਤਾ। ਉਹ ਤਾਂ ਝੂਠ ਬੋਲਿਆ, ਬਚਿਆ ਆਪਣੀ ਉਮਤ ਤੋਂ, ਵੀ ਮੈਂ ਕੀ ਜਵਾਬ ਦਊਂਗਾ। ਉਹ ਸਾਰੇ ਜਿੰਨੇ ਉਹਨੂੰ ਮੰਨਣੇ ਵਾਲੇ ਸੀ ਕਹਿੰਦੇ ਲਓ ਜੀ ਆਪਾਂ ਵੀ ਫਿਰ ਇੱਦਾਂ ਦਾ ਭੇਖ ਧਾਰਨ ਕਰੀਏ। ਲੈ ਉਦੋਂ ਤੋਂ ਇਬਰਾਹਿਮ ਤੋਂ ਕੇਸ ਕੱਟ ਹੋਣ ਲੱਗੇ ਆ। ਇਬਰਾਹਿਮ ਤੋਂ ਸੁੰਨਤ ਦਾ ਰਿਵਾਜ ਚੱਲਿਆ, ਮੁਸਲਮਾਨਾਂ ਦੇ ਵਿੱਚ ਕੇਸ ਨਹੀਂ ਸੀ। ਸੱਚੇ ਪਾਤਸ਼ਾਹ ਜੀ ਕਹਿੰਦੇ ਕੱਟ ਤੇ ਅੱਜ ਵੀ ਜਿਹੜੇ ਸ਼ੀਆ ਮੁਸਲਮਾਨ ਨੇ ਉਹਨਾਂ ਸੁੰਨਤ ਥੋੜ੍ਹੀ ਹੁੰਦੀ, ਉਹ ਸੁੰਨੀ ਵੱਖਰੇ ਹੀ ਪੈ ਗਏ ਜਿਨ੍ਹਾਂ ਦੀ ਸੁੰਨਤ ਹੁੰਦੀ ਹੈ, ਅਤੇ ਸ਼ੀਆ ਨਹੀਂ ਕੇਸ ਕਟਾਉਂਦੇ, ਅਤੇ ਉਹਨਾਂ ਦੀ ਕੋਈ ਸੁੰਨਤ ਨਹੀਂ ਹੁੰਦੀ। ਤੇ ਇਹ ਵੱਖਰਾ ਫਿਰਕਾ ਇਬਰਾਹਿਮ ਤੋਂ ਚੱਲ ਗਿਆ ਸੀ। ਇਮ ਤੁਰਕਨ ਸਭ ਕੇਸ ਕਟਾਏ। ਇੰਜ ਸਾਰੇ ਫੇ ਤੁਰਕਾਂ ਨੇ, ਇਬਰਾਹਿਮ ਨੂੰ ਮੰਨਣੇ ਵਾਲਿਆਂ ਨੇ
ਇਬਰਾਹਿਮ ਵਾਲਾ ਭੇਖ ਆਪਣਾ ਅਖਤਿਆਰ ਕਰ ਲਿਆ, ਕੇਸ ਕਟਾਉਣੇ ਸ਼ੁਰੂ ਕਰ ਦਿੱਤੇ ਜੀ। ਪੂਰ ਬਲੀ ਮਰਿਆਦ ਮਿਟਾਏ। ਪਹਿਲੀ ਜਿਹੜੀ ਮਰਜ਼ਾਦਾ ਸੀ ਉਹ ਇਹਨਾਂ ਨੇ ਮਿਟੀ, ਇਬਰਾਹਿਮ ਤੋਂ ਮਿਟੀ ਹੈ। ਪੁਨ ਹਿੰਦੁਨ ਕੀ ਸੁਨਹੋ ਕਹਾਣੀ। ਪਾਤਸ਼ਾਹ ਕਹਿੰਦੇ ਲਓ ਹਿੰਦੂਆਂ ਦੀ ਵੀ ਕਹਾਣੀ ਦੱਸ ਦਿੰਦੇ ਨਾ। ਇਹ ਕਹਿੰਦੇ ਅਸੀਂ ਇਹ ਅੱਜ ਕੱਲ੍ਹ ਜਿਹੜੇ ਕਹਿੰਦੇ ਬ੍ਰਾਹਮਣ ਹੈ ਪਰ ਕੇਸ ਹੈ ਨਹੀਂ, ਖੱਤਰੀ ਆ ਕੇਸ ਹੈ ਨਹੀਂ, ਸਭਨਾਂ ਦੇ ਨਾ ਮੂੰਹ ਤੇ ਦਾੜਾ ਨਾ ਸੀਸ ਤੇ ਕੇਸ ਹੈ। ਤੇ ਮਹਾਰਾਜ ਨੇ ਤਾਂ ਪੂਰੇ ਸਰੀਰ ਤੋਂ ਰੋਮ ਕਟਾਉਣੇ, ਰੋਮ ਕੱਟਣੇ ਮਨਾ ਕੀਤੇ ਹੋਏ ਨੇ। ਮਹਾਰਾਜ ਨੇ ਬੱਜਰ ਕਰਾਇਤ ਕਿਹਾ ਹੋਇਆ ਹੈ। ਸੋ ਇਹ ਸੱਚੇ ਆਪ ਜਿਹੜਾ ਬਿਊਟੀ ਪਾਰਲਰ ਲੈ, ਇੱਥੇ ਕੀ ਹੁੰਦਾ, ਕੇਸਾਂ ਦੀ ਬੇਅਦਬੀ ਹੁੰਦੀ ਹੈ, ਧਰਮ ਦੀ ਬੇਅਦਬੀ ਹੋ ਰਹੀ ਇਹਨਾਂ ਦੇ ਵਿੱਚ। ਤੇ ਬਿਨਾਂ ਪਤੇ ਤੋਂ, ਬਿਨਾਂ ਜਾਣਕਾਰੀ ਤੋਂ ਇੱਕ ਘੋਰ ਅਪਰਾਧ ਕਰੀ ਜਾ ਰਹੇ ਨੇ, ਪਾਪ ਕਰੀ ਜਾ ਰਹੇ ਨੇ। ਸੱਚੇ ਪਾਤਸ਼ਾਹ ਕਹਿੰਦੇ ਲਓ ਹਿੰਦੂਆਂ ਦੀ ਵੀ ਸੁਣ ਲਓ, ਇਹਨਾਂ ਵਿੱਚ ਕੇਸ ਕੱਟਣ ਦੀ ਕਿੱਥੋਂ ਰੀਤ ਚੱਲੀ ਹੈ। ਹੋਇਓ ਪਰਸਰਾਮ ਬਲਖਾਨੀ। ਇਹਨਾਂ ਦੇ ਵਿੱਚ ਇੱਕ ਪਰਸਰਾਮ ਹੋਇਆ, ਬ੍ਰਾਹਮਣ, ਬੜਾ ਬਲ ਵਾਲਾ ਸੀਗਾ। ਤੇ ਇਹ ਜਮਦਗਨ ਰਿਖੀ ਦਾ ਲੜਕਾ ਸੀਗਾ, ਬ੍ਰਾਹਮਣ ਸੀਗਾ। ਤੇ ਇਹਨੂੰ ਮਤਲਬ ਭਗਵਾਨ ਕਹਿੰਦੇ ਕਿ ਪਰਸਰਾਮ ਨੂੰ ਵੀ ਭਗਵਾਨ ਕਹਿੰਦੇ। ਵਿੱਚ ਦੋ ਕਲਾ ਸੀਗੀਆਂ। ਸ਼ਿਵ ਜੀ ਦਾ ਇਹ ਪੁਜਾਰੀ ਸੀ। ਕਰਤ ਜੁਧ ਛਤਰੀ ਸਭ ਹਾਰੇ। ਇਹਨੇ ਨਾ ਯੁੱਧ ਕਰ ਕਰਕੇ ਕਸ਼ਤਰੀਆਂ ਦਾ ਨਾਸ਼ ਇਸ ਧਰਤੀ ਤੋਂ ਕੀਤਾ। 21 ਵੇਰੀ ਕਸ਼ਤਰੀਆਂ ਤੋਂ ਮੁਕਤ ਧਰਤੀ ਨੂੰ ਕੀਤਾ। 21 ਵੇਰੀ ਕਸ਼ਤਰੀਆਂ ਪਾਸੋਂ ਰਾਜ ਖੋਹ ਕੇ ਬ੍ਰਾਹਮਣਾਂ ਨੂੰ ਦਿੱਤਾ ਹੈ। ਬ੍ਰਾਹਮਣ ਰਾਜ ਤਾਂ ਲੈ ਲੈਂਦੇ ਸੀ, ਉਹਨਾਂ ਦੇ ਬਲ ਨਹੀਂ ਸੀ ਬ੍ਰਾਹਮਣਾਂ ਦੇ ਵਿੱਚ, ਅਭਿਆਸ ਨਹੀਂ ਸੀ। ਸ਼ਰੀਰਾਂ ਦੀ ਕਮਾਈ ਕੀਤੀ ਜਾਂਦੀ, ਸ਼ਸਤਰਾਂ ਦਾ ਅਭਿਆਸ ਕੀਤਾ ਜਾਂਦਾ ਹੈ। ਤੇ ਫਿਰ ਕਿਤੇ ਜਾ ਕੇ ਸੋ ਸ਼ਸਤਰ ਵੀ ਮੌਕੇ 'ਤੇ ਸਹਾਇਤਾ ਕਰਦੇ ਆ। ਤੇ ਜੇ ਸ਼ਸਤਰਾਂ ਦਾ ਮਾਣ ਸਤਿਕਾਰ ਨਾ ਹੋਵੇ, ਅਭਿਆਸ ਨਾ ਕੀਤਾ ਜਾਵੇ, ਤਾਂ ਫਿਰ ਬਿਖ ਵਿਦਿਆ ਅਭਿਆਸ ਬਿਨ ਵਿਦਿਆ ਜ਼ਹਿਰ ਰੂਪ ਹੋ ਜਾਂਦੀ ਹੈ ਜੇ ਅਭਿਆਸ ਨਾ ਕੀਤਾ ਜਾਵੇ। ਸੋ ਇਹ ਜਿਹੜਾ ਪਰਸਰਾਮ ਸੀਗਾ, ਇਹਨੇ ਕਸ਼ਤਰੀਆਂ ਨੂੰ 21 ਵਾਰੀ ਮਾਰਿਆ। 21 ਵਾਰੀ ਇਹਨਾਂ ਤੋਂ ਰਾਜ ਖੋਇਆ, ਮਤਲਬ ਰਾਜ ਖੋਹਦਾ ਸੀ, ਬ੍ਰਾਹਮਣਾਂ ਨੂੰ ਦਿੰਦਾ ਸੀ। ਕਸ਼ਤਰੀ ਫੇਰ ਤਾਕਤ ਫੜਦੇ ਸੀ ਤੇ ਪਰਸਰਾਮ ਦੀ ਗੈਰ ਹਾਜ਼ਰੀ ਵਿੱਚ ਬ੍ਰਾਹਮਣਾਂ ਨੂੰ ਫੇਰ ਮਾਰ ਕੇ ਰਾਜ ਫੇਰ ਲੈ ਲੈਂਦੇ ਸਨ। ਇਹ ਇਸ ਤਰ੍ਹਾਂ ਸਿਲਸਿਲਾ ਚੱਲਿਆ ਸੀਗਾ। ਪਰਸਰਾਮ ਬ੍ਰਾਹਮਣ ਸੀ, ਇਹਨੇ ਕਸ਼ਤਰੀਆਂ ਤੋਂ ਰਾਜ ਖੋਇਆ ਸੀ। ਤਿੰਨ ਸਿਰ ਪਰ ਤੇ ਕੇਸ ਉਤਾਰੇ। ਇਹਨੇ ਦੇਖਿਆ ਵੀ ਕਸ਼ਤਰੀਆਂ ਦੇ ਵਿੱਚ ਬਲ ਜਿਹੜਾ ਆ ਕਿੱਥੋਂ ਹੈ, ਇੰਨੇ ਤਾਕਤਵਰ ਕਸ਼ਤਰੀ ਕਿਉਂ ਹੈ। ਇਹਨੇ ਫਿਰ ਪੱਕਾ ਇਲਾਜ ਕਰ ਦਿੱਤਾ। ਪਰਸਰਾਮ ਨੇ ਸਭ ਤੋਂ ਪਹਿਲਾਂ ਕਸ਼ਤਰੀਆਂ ਦੇ ਸਿਰਾਂ ਤੋਂ ਕੇਸ ਉਤਾਰੇ ਸਨ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਦਾ ਪ੍ਰਗਟਾ ਕੀਤਾ। ਸੋ ਪਰਸਰਾਮ ਨੇ ਕੇਸ ਕੱਟੇ ਸੀ ਕਸ਼ਤਰੀਆਂ ਦੇ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੇਸ ਰੱਖੇ ਤੇ ਸਭਨਾਂ ਨੂੰ ਕੇਸ ਰੱਖਣ ਦਾ ਉਪਦੇਸ਼ ਦਿੱਤਾ। ਲੋਕ ਇਹਨੂੰ ਭਗਵਾਨ ਕਹਿੰਦੇ ਨੇ। ਤੋ ਸਿਰਫ ਆਪਣੇ ਸਵਾਰਥ ਵਾਸਤੇ ਦੂਜਿਆਂ ਦੇ ਕੇਸ ਕੱਟ ਦੇਣੇ ਕਿੱਥੋਂ ਦੀ ਭਲਮਾਨ ਸੀ। ਤੇ ਹੁਣ ਇਹ ਵੀ ਤਾਂ ਹਿੰਦੂਆਂ ਦਾ ਅੰਗ ਹੈ, ਕਸ਼ਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਸੋ 4 ਵਰਣ ਨੇ ਹਿੰਦੂ ਧਰਮ ਦੇ ਵਿੱਚ। ਤੇ ਕਸ਼ਤਰੀ ਤੇ ਪਰਸਰਾਮ ਜਿਹੜਾ ਸੀ ਕਸ਼ਤਰੀਆਂ ਦੇ ਕੇਸ ਕਟਾਉਂਦਾ ਪਿਆ ਤੇ ਆਪਣੇ ਹੀ ਸੋ ਅਖਾੜਾ ਤਾਂ ਇਹਨੇ ਚਲਾ, ਆਪਣਿਆਂ ਤੇ ਅਖਾੜਾ ਚਲਾ ਦਿੱਤਾ। ਸੋ ਆਪਣੇ ਹੀ ਧਰਮ ਦਾ ਨਾਸ਼ ਕਰੀ ਜਾ ਰਿਹਾ ਸੀ। ਕਸ਼ਤਰੀਆਂ ਦੇ ਸਿਰਾਂ ਤੋਂ ਕੇਸ ਕਟਾਏ ਸਨ ਪਰਸ਼ਰਾਮ ਨੇ। ਕਾਹਦੇ ਵਾਸਤੇ? ਇਹਨਾਂ ਦਾ ਬਲ ਘਟ ਜਾਵੇ। ਇਹ ਕੇਸਾਂ ਕਰਕੇ ਬੜੇ ਬਲਵਾਨ ਹਨ। ਮੁਨ ਨੰਦਨ ਜਬ ਮੁੰਡਨ ਕਰੇ। ਸੋ ਇੰਜ ਫਿਰ ਉਹਨੇ ਇਹ ਰੀਤ ਚਲਾਤੀ ਸੀ ਵੀ ਬਚਪਨ ਤੋਂ ਹੀ ਜਿਹੜਾ ਮੁੰਡਾ ਇਹਨਾਂ ਦਾ ਬੱਚਾ ਜਦੋਂ ਜਨਮ ਲੈਂਦਾ ਹੈ ਨਾ, ਤੇ ਉਹ ਬਾਲ ਅਵਸਥਾ ਵਿੱਚ ਹੀ ਉਹਦਾ ਮੁੰਡਨ ਸੰਸਕਾਰ ਹੋਵੇਗਾ। ਤੇ ਇੰਜ ਬਚਪਨ ਤੋਂ ਹੀ ਕੇਸ ਕੱਟਣ ਦਾ ਰਿਵਾਜ ਵੀ ਪਰਸਰਾਮ ਨੇ ਪਾਇਆ। ਕਸ਼ਤਰੀਆਂ 'ਚ ਪਹਿਲਾਂ ਰਿਵਾਜ ਪਿਆ। ਰਹੇ ਮੁੰਡਾਵਤ ਰੀਤੀ ਪਰੇ। ਫਿਰ ਕਸ਼ਤਰੀ ਜਿਹੜੇ ਫਿਰ ਆਪ ਮੁੰਡਨ ਕਰਾਉਣ ਲੱਗ ਪਏ, ਰੀਤੀ ਹੀ ਪੈ ਗਈ। ਪੁਨ ਕਲ ਯੁਗ ਮਹਾਰਾਜੇ ਭਏ। ਫਿਰ ਕਲਯੁਗ ਦੇ ਜਿਹੜੇ ਰਾਜੇ ਹੋਏ, ਸੰਗਿਆ ਜਿਨਹੋ ਨੰਦ ਕੀ ਲਏ। ਇਹਨਾਂ ਦਾ ਵੱਡਾ ਰਾਜਾ ਨੰਦ ਸੀ, ਬੜਾ ਪ੍ਰਤਾਪੀ ਰਾਜਾ ਸੀਗਾ ਕਲਯੁਗ ਦੇ ਵਿੱਚ ਕਸ਼ਤਰੀਆਂ ਦਾ। ਤੇ ਇਹ ਵੀ ਰਾਜਾ, ਇਹ ਤੋਂ ਬਾਅਦ ਜਿੰਨੇ ਵੀ ਰਾਜੇ ਬਣਦੇ ਰਹੇ ਉਹਦਾ ਨਾਂ ਨੰਦ ਹੀ ਪੈਂਦਾ ਹੁੰਦਾ ਸੀਗਾ ਤੇ ਸਾਰੇ ਨੰਦ ਹੀ ਕਹਿੰਦੇ ਹੁੰਦੇ ਸੀ। ਤੇ ਬੜਾ ਪ੍ਰਤਾਪ ਸੀ ਫੇ ਇਹਨਾਂ ਦਾ। ਦੁਰ ਕੈ ਵਿਪਰ ਨ ਬਰਨੀ ਕਰੈ। ਹੁਣ ਫਿਕਰ ਪੈ ਗਿਆ ਸੀ ਰਾਜੇ ਨੰਦ ਨੂੰ ਵੀ ਬ੍ਰਾਹਮਣ ਜਿਹੜੇ ਨੇ ਕਿਤੇ ਸਾਡੇ ਕੋਲੋਂ ਰਾਜ ਖੋਹ ਨਾ ਲੈਣ, ਕਿਉਂਕਿ ਬ੍ਰਾਹਮਣਾਂ ਦੇ ਮੰਤਰਾਂ ਦੇ ਵਿੱਚ ਬੜਾ ਬਲ ਹੈ।
ਇਹ ਜਿੱਦਾਂ ਮੰਤਰ ਇਹਨਾਂ ਦੇ ਸੋ ਕੰਮ ਕਰ ਜਾਂਦੇ, ਸਾਡੇ ਸ਼ਾਸਤਰ ਨਹੀਂ ਕੰਮ ਕਰਦੇ। ਪਰ ਇਹਨਾਂ ਦੇ ਮੰਤਰ ਤਾਂ ਕੰਮ ਕਰਨਗੇ ਜੇ ਇਹਨਾਂ ਦੇ ਸਿਰਾਂ ਤੇ ਕੇਸ ਹੋਣਗੇ। ਇਹਨਾਂ ਨੇ ਸਾਡੇ ਸਿਰਾਂ ਤੋਂ ਕੇਸ ਘਟਾਏ ਵੀ ਸਾਨੂੰ ਬਲਹੀਣ ਕੀਤਾ ਸੀ। ਹੁਣ ਇਹਨਾਂ ਦੇ ਮੰਤਰਾਂ ਨੂੰ ਬਲਹੀਣ ਕਰਨਾ ਹੈ ਵੀ ਬ੍ਰਾਹਮਣਾਂ ਦੇ ਵੀ ਕੇਸ ਕਟਾਏ ਸਨ ਰਾਜੇ ਨੰਦ ਨੇ ਇਹਨਾਂ ਨੂੰ, ਇਹਨਾਂ ਦੇ ਮੰਤਰਾਂ ਤੋਂ ਬਲਹੀਣ ਕਰਨ ਵਾਸਤੇ। ਹਮਰੋ ਰਾਜ ਨਾਸ਼ ਹੋਇ ਡਰੈ। ਡਰਦੇ ਸਨ ਕਿ ਮੰਤਰ ਪੜ੍ਹ ਕੇ ਕਿਤੇ ਰਾਜ ਨੂੰ, ਸਾਡੇ ਰਾਜ ਨੂੰ ਨਸ਼ਟ ਨਾ ਕਰ ਦੇਣ। ਅਸੀਂ ਬੜੀ ਮੁਸ਼ਕਲ ਦੇ ਨਾਲ ਰਾਜ ਭਾਗੇ ਪ੍ਰਾਪਤ ਕੀਤਾ। ਤਿਨਹੁ ਵਿਚਾਰਿਓ ਇਹੀ ਉਪਾਏ। ਤੇ ਜਿਹੜਾ ਉਪਾਅ ਕੀਤਾ ਸੀ ਬ੍ਰਾਹਮਣਾਂ ਨੇ, ਉਹੀਓ ਖਤਰਾ ਖੱਤਰੀਆਂ ਨੇ ਕਰ ਦਿੱਤਾ। ਸਭ ਵਿਪਰਨ ਕੇ ਸਿਰ ਮੁੰਡਵਾਏ। ਸੋ ਫਿਰ ਇਹਨਾਂ ਕਸ਼ਤਰੀਆਂ ਨੇ, ਰਾਜੇ ਨੰਦ ਨੇ, ਜਿੰਨੇ ਬ੍ਰਾਹਮਣ ਸੀ ਨਾ, ਸਾਰਿਆਂ ਦਾ ਮੁੰਡਨ ਕਰਵਾਤਾ। ਸਾਰਿਆਂ ਦੇ ਸਿਰਾਂ ਤੋਂ ਸੋ ਕੇਸ ਲਹਾਤੇ ਸਨ ਤੇ ਬ੍ਰਾਹਮਣ ਖਰੀਦੇ ਗਏ ਸਨ। ਲਾਲਚ ਦਿੱਤਾ ਗਿਆ ਸੀਗਾ, ਇੱਥੇ ਜ਼ੋਰ ਨਹੀਂ ਹੋਇਆ, ਜ਼ੋਰ ਨਾਲ ਨਹੀਂ ਕੀਤਾ, ਲਾਲਚ ਦੇ ਕੇ ਕੁਝ ਕੁ ਬ੍ਰਾਹਮਣ ਜਿਹੜੇ ਪੜ੍ਹੇ ਲਿਖੇ ਸਨ ਉਹਨਾਂ ਨੂੰ ਖਰੀਦ ਲਿਆ ਵੀ ਤੁਸੀਂ ਕਹੋ ਜੀ ਮੁੰਡਨ ਸੰਸਕਾਰ ਵੀ ਹੁੰਦਾ ਹੈ। ਤੇ ਉਹਨਾਂ ਕੋਲ ਮੁੰਡਨ ਸੰਸਕਾਰ ਦੇ ਸ਼ਲੋਕ ਲਿਖਵਾਏ ਗਏ ਤੇ ਉਹ ਕੁਝ ਕੁ ਲਾਲਚ ਵਿੱਚ ਆ, ਕੁਝ ਨੂੰ ਖਰੀਦ ਲਿਆ ਤੇ ਉਹਨਾਂ ਨੇ ਰੌਲੀ ਪਾ ਦਿੱਤੀ, ਪ੍ਰਾਪੇ ਕੰਡਾ ਕਰਨਾ ਸ਼ੁਰੂ ਕਰ ਦਿੱਤਾ। ਮੁੰਡਨ ਸੰਸਕਾਰ ਵੀ ਹੁੰਦਾ ਹੈ ਵੀ ਕੇਸ ਕਟਾਉਣੇ ਬੜੇ ਜ਼ਰੂਰੀ ਹੁੰਦੇ ਨੇ ਬਚਪਨ ਅਵਸਥਾ ਦੇ ਵਿੱਚ। ਜੇ ਕੇਸ ਨਾ ਕਟਾਏ ਜਾਣ ਠੀਕ ਨਹੀਂ, ਜਦੋਂ ਵੱਡਾ ਵੱਡਾ ਚੜ੍ਹਾਈ ਕਰ ਜਾਂਦਾ ਉਸ ਵੇਲੇ ਮੁੰਡਨ ਸੰਸਕਾਰ ਹੋਣਾ ਬੜਾ ਜ਼ਰੂਰੀ ਹੈ। ਵੀ ਇਹਦੇ ਨਾਲ ਵੀ ਇਹਨਾਂ ਦੇ ਮੰਤਰਾਂ ਵਿੱਚ ਬਲ ਨਹੀਂ ਰਹੇਗਾ। ਤੇ ਇਸੇ ਤਰ੍ਹਾਂ ਫਿਰ ਬ੍ਰਾਹਮਣਾਂ ਨੇ ਲਾਲਚ ਵਸ ਹੋ ਕਰਕੇ ਇਹ ਮੁੰਡਨ ਕਰਾਉਣੇ ਸ਼ੁਰੂ ਕਰ ਦਿੱਤੇ ਸਨ। ਸਭ ਵਿਪਰਨ ਕੇ ਸਿਰ ਮੁੰਡਵਾਏ। ਸਾਰੇ ਬ੍ਰਾਹਮਣਾਂ ਦੇ ਕੇਸ ਲਹਾ ਦਿੱਤੇ ਗਏ ਸਨ। ਸੁਰ ਪ੍ਰਸੰਨ ਬਿਨ ਕੇਸ ਨਾ ਹੋਏ। ਤੇ ਪਤਾ ਸੀ ਇਹਨਾਂ ਬਾਤਾਂ ਦਾ ਕਸ਼ਤਰੀਆਂ ਨੂੰ ਕਿ ਜਿਹੜੇ ਦੇਵਤੇ ਹੁੰਦੇ ਨੇ ਕੇਸਾਂ ਤੋਂ ਬਿਨਾਂ ਪ੍ਰਸੰਨ ਨਹੀਂ ਹੋ ਸਕਦੇ, ਕਿਉਂਕਿ ਉਹ ਆਪ ਕੇਸਾ ਧਾਰੀ ਨੇ। ਰਾਮ ਕ੍ਰਿਸ਼ਨ ਕੇਸਾ ਧਾਰੀ ਹੋਏ ਨੇ, ਜਿੰਨੇ ਰਿਸ਼ੀ ਮੁਨੀ ਸਭ ਕੇਸਾ ਧਾਰੀ ਹੋਏ ਨੇ। ਸੋ ਜੇ ਦੇਵਤੇ ਪ੍ਰਸੰਨ ਨਾ ਹੋਏ ਤੇ ਇਹਨਾਂ ਦੇ ਮੰਤਰ ਕਿਵੇਂ ਚੱਲਣਗੇ? ਜਿੱਦਾਂ ਮਰਜ਼ੀ ਪੜ੍ਹੀ ਜਾਣ। ਸੋ ਮੰਤਰ ਇਹਨਾਂ ਦੇ ਕਦੀ ਸਫਲ ਹੀ ਨਹੀਂ ਹੋ ਸਕਦੇ। ਸੋ ਜਿੰਨਾ ਮਰਜ਼ੀ ਜਾਪ ਕਰ ਲੈਣ, ਜਿੰਨੇ ਮਰਜ਼ੀ ਹਵਨ ਕਰ ਲੈਣ, ਜਿੰਨੀ ਮਰਜ਼ੀ ਸਮੱਗਰੀ ਅੱਗ ਵਿੱਚ ਸਿੱਟ ਦੇਣ, ਇਹਨਾਂ ਦੇ ਮੰਤਰ ਹੁਣ ਸਫਲ ਨਹੀਂ ਹੋ ਸਕਦੇ। ਕਾਰਨ ਕਿ ਇਹਨਾਂ ਦੇ ਕੇਸ ਲਹਾ ਦਿੱਤੇ ਗਏ ਸਨ। ਜਾਂਤੇ ਮੂੰਡ ਦਏ ਸਭ ਕੋਏ। ਸਾਰੇ ਮੁੰਡਨ ਕਰ ਦਿੱਤੇ, ਸਾਰਿਆਂ ਦੇ ਕੇਸ ਲਹਾ ਦਿੱਤੇ ਸਨ ਰਾਜੇ ਨੰਦ ਨੇ ਬ੍ਰਾਹਮਣਾਂ ਦੇ। ਹਿੰਦੂ ਤੁਰਕ ਇਸੀ ਵਿਦ ਸਾਰੇ। ਪਾਤਸ਼ਾਹ ਦੇ ਇਦਾਂ ਹੋਈ ਸੀ, ਇਹੋ ਹਿੰਦੂ ਵੀ ਤੇ ਤੁਰਕ ਵੀ ਇਦਾਂ ਇਹ ਕੇਸਾਂ ਤੋਂ ਬਿਨਾਂ ਹੋਏ ਆ। ਪਹਿਲੋਂ ਸਾਰੇ ਕੇਸਾ ਧਾਰੀ ਹੁੰਦੇ ਸੀ ਤੇ ਇਹਨਾਂ ਨੂੰ ਇੱਕ ਦੂਜੇ ਨੂੰ ਸ਼ਕਤੀ ਤੋਂ ਬਿਨਾਂ ਕੀਤਾ ਗਿਆ। ਮੁਸਲਮਾਨਾਂ ਵਿੱਚ ਪੈਗੰਬਰ ਦੀ ਸਜ਼ਾ ਸੀ, ਉਹਦੀ ਔਰਤ ਨੇ ਦਿੱਤੀ। ਤੇ ਹਿੰਦੂਆਂ ਦੇ ਵਿੱਚ ਪਹਿਲੋਂ ਇੱਕ ਕਸ਼ਤਰੀਆਂ ਨੂੰ ਸਜ਼ਾ ਬ੍ਰਾਹਮਣ ਦਿੰਦਾ ਪਿਆ। ਉਹਨਾਂ ਨੂੰ ਮੰਤਰਾਂ ਤੋਂ ਹੀਣਾ, ਤਾਕਤ ਤੋਂ ਹੀਣਾ ਕੀਤਾ ਪਿਆ। ਤੇ ਇੱਥੇ ਸਜ਼ਾ ਨਹੀਂ ਤੇ ਤਾਕਤ ਤੋਂ ਹੀਣਾ ਕੀਤਾ ਜਾ ਰਿਹਾ ਸੀਗਾ। ਉਸ ਤੋਂ ਬਾਅਦ ਕਸ਼ਤਰੀਆਂ ਨੇ ਬ੍ਰਾਹਮਣਾਂ ਦੇ ਕੇਸ ਲਹਾਏ ਵੀ ਇਹਨਾਂ ਦੇ ਵਿੱਚ ਮੰਤਰਾਂ ਵਿੱਚ ਤਾਕਤ ਨਾ ਰਹੇ। ਮਹਾਰਾਜ ਕਹਿੰਦੇ ਆ ਕੇਸਾਂ ਤੋਂ ਬਿਨਾਂ ਹੋਣ ਦਾ ਇਹਨਾਂ ਦਾ ਇਤਿਹਾਸ ਹਿੰਦੂਆਂ ਤੇ ਤੁਰਕਾਂ ਦਾ। ਸਿਰ ਮੁੰਡਵਾਏ ਧਰਮ ਕੋ ਹਾਰੇ। ਸੋ ਜਿਹੜਾ ਆਪਣੇ ਕੇਸਾਂ ਤੋਂ, ਸਿਰ ਤੋਂ ਕੇਸ ਲਹਾ ਦਿੰਦਾ ਉਹ ਧਰਮ ਤੋਂ ਹਾਰ ਜਾਂਦਾ ਹੈ। ਭਾਈ ਤਾਰੂ ਸਿੰਘ ਜੀ ਕਹਿੰਦੇ ਕੇਸ ਨਾ ਕਿਤੇ ਕੱਟੇ ਜਾਣ। ਤੇ ਜਦੋਂ ਕਹਿੰਦੇ ਖੋਪੜੀ ਲੈਣੀ ਤੇ ਭਾਈ ਤਾਰੂ ਸਿੰਘ ਨੇ ਸ਼ੁਕਰ ਕੀਤਾ ਸੀ, ਸ਼ੁਕਰ ਹੈ ਪ੍ਰਮਾਤਮਾ ਤੇਰਾ, ਮੇਰੇ ਕੇਸ ਨਹੀਂ ਲੈ। ਹੁਣ ਭਾਈ ਮਨੀ ਸਿੰਘ ਜੀ ਕਹਿੰਦੇ ਬੰਦ ਕਟਾਉਣਾ ਮਨਜ਼ੂਰ ਹੈ, ਫਿਰ ਕੇਸ ਥੋੜ੍ਹੀ ਲਾਉਣੇ ਕਹਿੰਦੇ। ਸੋ ਉਹ ਕਹਿ ਲਈਏ ਵੀ ਜੇ ਕਿ ਕੇਸ ਵੀ ਸਰੀਰ ਦੇ ਅੰਗ ਨੇ, ਆਪਾਂ ਕਹਿੰਦੇ ਜਿੱਦਾਂ ਬਾਕੀ ਅੰਗ ਇੱਦਾਂ ਹੀ ਕੇਸ ਵੀ ਸਰੀਰ ਦਾ ਅੰਗ ਹੈ। ਹੁਣ ਭਾਈ ਮਨੀ ਸਿੰਘ ਜੀ ਦੇ ਇਤਿਹਾਸ ਤੋਂ ਪਤਾ ਲੱਗਦਾ ਵੀ ਕੇਸ ਤਾਂ ਸਰੀਰ ਦੇ ਅੰਗਾਂ ਨਾਲੋਂ ਵੀ ਵੱਧ ਕੇ ਹੈ। ਕੇਸ ਬਾਕੀ ਦੇ ਅੰਗ ਕਟਾਉਣਾ ਉਹਨੇ ਮਨਜ਼ੂਰ ਕਰ ਲੈ, ਪਰ ਕੇਸ ਕਟਾਉਣਾ ਮਨਜ਼ੂਰ ਨਹੀਂ ਸੀ ਕੀਤਾ ਉਹਨਾਂ ਨੂੰ। ਹੁਣ ਕੇਸ ਤਾਂ ਫਿਰ ਬਾਕੀ ਨਾਲ ਵੀ ਉਹਨਾਂ ਦਾ ਮਹੱਤਵ ਜ਼ਿਆਦਾ ਹੈ। ਕੇਸ ਹੀ ਧਰਮ ਹੈ। ਜੇ ਕਿਹਾ ਕੇਸਾਂ ਦੀ ਪਰਵਰਿਸ਼ ਕੋਈ ਕਰੇ ਨਾ ਸੋਹਣੇ ਤਰੀਕੇ ਦੇ ਨਾਲ, ਕੇਸਾਂ ਦਾ ਸਤਿਕਾਰ ਕਰੇ ਤੇ ਗੁਰੂ ਦੀ ਬੜੀ ਖੁਸ਼ੀ ਹੈ, ਸੱਚੇ ਪਾਤਸ਼ਾਹ ਜੀ ਦੀ, ਮਹਾਰਾਜ ਦੀ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਇਹਨਾਂ ਨੂੰ ਦੱਸਿਆ, ਕਹਿੰਦੇ ਕੇਸ ਹੀ ਧਰਮ ਹੈ। ਸੋ ਕੇਸ ਨਹੀਂ ਤਾਂ ਫਿਰ ਕੋਈ ਧਰਮ ਨਹੀਂ। ਕਹਿੰਦੇ ਫਿਰ ਧਰਮ, ਉਹ ਧਰਮ ਦੇ ਵਿੱਚ ਰਹਿ ਕੇ ਜੋ ਮੰਤਰ ਕਰਦਾ, ਜੋ ਵੀ ਪੜ੍ਹਦਾ ਨਹੀਂ ਪ੍ਰਫੁੱਲ ਹੁੰਦਾ। ਕੇਸਾਂ ਤੋਂ ਬਿਨਾਂ ਦੇਵ ਪ੍ਰਸੰਨ ਨਹੀਂ ਹੁੰਦਾ। ਨੌ ਨਿਧ ਸੁਨੀਐ ਹੇਤ ਮੁੰਡਨ ਕੋ। ਆਇਆ ਨੌ ਨਿਧ ਖੱਤਰੀ ਆਇਆ। ਪਾਤਸ਼ਾਹ ਕਹਿੰਦੇ
ਸੋ ਜਿਹੜਾ ਮੁੰਡਨ ਕੀਤਾ ਜਾਂਦਾ ਹੈ ਨਾ, ਇਹਦੇ ਪਿੱਛੇ ਆ ਰਾਜ ਹੈ। ਸੱਚੇ ਪਾਤਸ਼ਾਹ ਕਹਿੰਦੇ ਕੇਸ ਰਾਖਨੇ ਰਵਾ ਸਭਿਨ ਕੋ। ਸੋ ਕੇਸ ਰੱਖਣੇ ਚਾਹੀਦੇ ਐ ਜਿਹੜਾ ਧਾਰਮਿਕ ਹੈ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਆਪਣੇ ਨੂੰ ਕਹਿੰਦਾ ਮੈਂ ਧਾਰਮਿਕ ਆ, ਚਾਹੇ ਬੋਧੀ ਹੈ, ਚਾਹੇ ਜੈਨੀ ਹੈ, ਚਾਹੇ ਜਿਹੜੇ ਮਰਜ਼ੀ ਧਰਮ ਨਾਲ ਸੰਬੰਧਿਤ, ਕਹਿੰਦੇ ਕੇਸ ਰੱਖਣੇ ਚਾਹੀਦੇ। ਸੱਚੇ ਪਾਤਸ਼ਾਹ ਕਹਿੰਦੇ ਕੇਸਾਂ ਤੋਂ ਬਿਨਾਂ ਸੋ ਜਿਹੜਾ ਈਸ਼ਵਰ ਆ ਪ੍ਰਸੰਨ ਨਹੀਂ ਹੁੰਦਾ, ਉਹ ਖੁਸ਼ ਨਹੀਂ ਹੁੰਦਾ। ਨਾਲੇ ਆਪ ਕੇਸਾ ਧਾਰੀ ਹੈ। ਭਗਤਾਂ ਨੇ ਬਕਾਇਦਾ ਲਿਖਿਆ, ਕਹਿੰਦੇ ਸੋਹਣੇ ਸੋਹਣੇ ਨੱਕ ਤੇ ਲੰਬੜੇ ਵਾਲਾਂ ਦੀ ਸਿਫਤ ਕੀਤੀ ਹੈ, ਕੇਸਾਂ ਦੀ ਸਿਫਤ ਕੀਤੀ ਹੋਈ ਹੈ। ਸੋ ਕੇਸ ਰੱਖਣੇ ਬੜੇ ਜ਼ਰੂਰੀ, ਕੇਸ ਰੱਖਣੇ ਚਾਹੀਦੇ ਹਨ। ਜਿਨ ਤੇ ਬਿਨਾ ਪ੍ਰਸੰਨ ਨ ਦੇਵ। ਜੇ ਕੇਸ ਨਹੀਂ ਤੇ ਦੇਵਤਾ ਪ੍ਰਸੰਨ ਨਹੀਂ, ਰੱਬ ਪ੍ਰਸੰਨ ਨਹੀਂ ਹੋ ਸਕਦਾ ਹੈ। ਅਸ ਸ਼ੁਭ ਕੇਸ ਮੁੰਡਾਵਨ ਲੇਵ। 10 ਇੰਨੇ ਸੋਹਣੇ ਕੇਸ, ਇਹਨਾਂ ਨੂੰ ਲੋਕ ਮਨਾਈ ਜਾ ਰਹੇ ਨੇ। ਹੁਣ ਸਾਡੇ ਜਿਹੜੇ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਚਲੋ ਹਿੰਦੂਆਂ ਦੀ ਗੱਲ ਛੱਡੋ, ਮੁਸਲਮਾਨਾਂ ਦੀ ਗੱਲ ਛੱਡੋ, ਤੇ ਤੁਰਕਾਂ ਵਾਸਤੇ ਸਜ਼ਾ ਸੀ, ਤੇ ਹਿੰਦੂਆਂ ਦੇ ਵਿੱਚ ਇੱਕ ਦੂਜੇ ਦਾ ਬਲ ਘਟਾਉਣ ਵਾਸਤੇ ਕੇਸ ਕਟਾਏ ਗਏ। ਤੇ ਸਿੱਖਾਂ ਦੇ ਵਿੱਚ ਕਿੱਥੋਂ ਚੱਲ ਪਿਆ? ਨਾ ਕੋਈ ਸਜ਼ਾ। ਤੇ ਸਾਡਾ ਜਿਹੜਾ ਸਾਡੇ ਰਹਿਬਰ ਨੇ ਉਹਦਾ ਭਾਈ ਕੇਸ ਰੱਖਣ ਵਾਸਤੇ ਕਹਿ ਰਹੇ ਨੇ, ਤੇ ਉਹਦਾ ਕਹਿੰਦੇ ਕੇਸ ਸਿਰ ਦੇ ਕੇਸ ਜਿਹੜੇ ਉਹ ਘਟਾਉਣੇ। ਇੱਕ ਪਾਸੇ ਰੋਮ ਦੀ ਬੇਅਦਬੀ ਵੀ ਨਹੀਂ ਕਰਨੀ। ਤੇ ਇਹੀ ਕਹਿੰਦੇ ਅਸੀਂ ਸਿੱਖ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ, ਗੁਰੂ ਨਾਨਕ ਸਾਡਾ ਗੁਰੂ, ਅਸੀਂ ਫੇਰ ਕੇਸਾਂ ਦੀ ਬੇਅਦਬੀ ਕਰਦੇ ਹਾਂ, ਰੋਮਾਂ ਦੀ ਬੇਅਦਬੀ ਕਰਦੇ ਹਾਂ। ਕਾਰਨ ਕੀ ਹੈ? ਫਿਰ ਸਾਨੂੰ ਸਾਡਾ ਇਤਿਹਾਸ ਵੀ ਨਹੀਂ ਪਤਾ। ਇਤਿਹਾਸ ਹੈ ਉੱਦਾਂ ਸਾਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪਤਾ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਉਹਨਾਂ ਦੀ ਸ਼ਹਾਦਤ ਦਾ ਪਤਾ ਹੈ। ਤੇ ਪਰ ਇਹ ਵੀ ਪਤਾ ਹੋਣਾ ਚਾਹੀਦਾ ਵੀ ਇਹਨਾਂ ਨੂੰ ਇਹ ਵੀ ਕਹਿੰਦੇ ਸੀ ਮੁਆਫ ਕਰ ਦਿੰਦੇ, ਕੇਸ ਕਤਲ ਕਰਵਾ ਲਓ, ਕੇਸ ਕਟਾ ਲਓ, ਤੁਹਾਨੂੰ ਛੱਡ ਦਿੰਦੇ। ਮੌਤ ਨੂੰ ਗਲੇ ਲਵਾਇਆ, ਵੀ ਮੌਤ ਨੂੰ ਜੱਫੀਆਂ ਪਾ ਲਈਆਂ। ਕਹਿੰਦੇ ਨਹੀਂ, ਇਹ ਸਾਡਾ ਧਰਮ ਹੈ, ਇਹ ਸਾਡੇ ਗੁਰੂ ਦੀ ਮੋਹਰ ਹੈ, ਸਾਡੇ ਧਰਮ ਦਾ ਮੁੱਖ ਅੰਗ ਹੈ ਜੋ ਕੇਸ ਹੈ। ਕਹਿੰਦੇ ਕੇਸ ਨਹੀਂ ਅਸੀਂ ਕਟਾਉਂਦੇ। ਤੇ ਹੁਣ ਕਿਆ ਸਿਸਟਮ ਹੋਇਆ ਪਿਆ, ਦੇਖਣ ਵਿੱਚ ਨਾਮ ਲਿਖਿਆ ਪਿੱਛੇ ਸਿੰਘ, ਨਾਂ ਲਿਖਿਆ ਤਾਂ ਕੌਰ, ਪਰ ਬਿਊਟੀ ਪਾਰਲਰ ਤੇ ਜਾਣਾ ਨਾ ਕੌਰ ਹੈ, ਜਾਣਾ ਬਿਊਟੀ ਪਾਰਲਰ ਦੇ ਉੱਤੇ ਹੈ। ਨਾ ਸਿੰਘ ਹੈ ਤੇ ਕੇਸਾਂ ਦੀ ਬੇਅਦਬੀ, ਰੋਮਾਂ ਦੀ ਬੇਅਦਬੀ ਕੀਤੀ ਹੋਈ ਹੈ। ਤੇ ਇਹ ਕਿੱਥੋਂ ਰਿਵਾਜ ਚੱਲ ਪਿਆ? ਤੇ ਮਹਾਰਾਜ ਦੇ ਬਚਨ ਨੇ ਕਹਿੰਦੇ ਨਹੀਂ ਪ੍ਰਸੰਨ ਹੁੰਦਾ ਪ੍ਰਭੂ। ਜੇ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ, ਤੇ ਜਿਹੜਾ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ, ਗੁਰੂ ਨਾਨਕ ਦਾ ਸਿੱਖ ਹੈ, ਤੇ ਕਿਵੇਂ ਪ੍ਰਸੰਨ ਹੋਵੇਗਾ? ਕਿਉਂਕਿ ਜਿਹੜੀ ਬਾਤ ਉਹ ਖੁਦ ਕਹਿ ਰਹੇ ਨੇ, ਚਲੋ ਅੰਮ੍ਰਿਤ ਛਕਣਾ ਨਹੀਂ ਅਜੇ ਭਾਗਾਂ ਦੇ ਵਿੱਚ, ਘੱਟੋ ਘੱਟ ਭਾਈ ਆ ਜਿਹੜਾ ਮੂੰਹ ਸਿਰ ਤਾਂ ਸਵਾਰ ਕੇ ਰੱਖੀਏ ਨਾ। ਸੋ ਕਿਉਂ ਇਹ ਆਪਣਾ ਹੁਲੀਆ ਵਿਗਾੜਦੇ ਪਏ ਆ? ਸੋ ਪਾਤਸ਼ਾਹ ਕਹਿੰਦੇ ਭਾਈ ਕੇਸ ਕਟਾਉਣੇ ਇਹ ਧਾਰਮਿਕ ਬੰਦੇ ਵਾਸਤੇ ਬਹੁਤ ਗਲਤ ਬਾਤ ਹੈ। ਬਿਨਾ ਵਿਚਾਰੇ ਦੇਖਾ ਦੇਖੀ। ਵਿਚਾਰ ਤੋਂ ਬਿਨਾ ਦੇਖਿਆ ਦੇਖੀ ਰਿਵਾਜ ਚੱਲ ਪਿਆ। ਜੈਸੀ ਉਪਜੀ ਪੇਟ ਤੇ ਤੈਸੀ ਨਿਭੈ ਓੜ, ਕਬੀਰ ਸਾਹਿਬ ਦੇ ਬਚਨ ਨੇ। ਹੁਣ ਪੇਟ ਤੋਂ ਜਨਮ ਹੁੰਦਾ, ਮਾਤਾ ਦੇ ਪੇਟ ਤੋਂ, ਤੇ ਉਸ ਵੇਲਾ ਵੀ ਬੱਚੇ ਦੇ ਸੀਸ ਤੇ ਕੇਸ ਹੁੰਦੇ ਆ। ਵੀ ਜਿੱਦਾਂ ਦਾ ਮਾਤਾ ਦੇ ਪੇਟ 'ਚੋਂ ਜਨਮਿਆ ਤੈਸੀ ਨਿਭੈ ਓੜ, ਅੰਤ ਤਿੱਕਰ ਜਿੰਨਾ ਚਿਕਰ ਆਖਰੀ ਸਵਾਸ ਹੈ ਉੱਦਾਂ ਦਾ ਸਾਬਤ ਰਹੇ। ਜੇ ਇਹ ਸਰੀਰ ਹੀਰਾ ਕਿਸ ਕਾ ਵਾਪਰਾ, ਪੁਜਹਿ ਨਾ ਰਤਨ ਕਰੋੜ। ਕਹਿੰਦੇ ਕਿਹਨਾਂ ਦੀਆਂ ਗੱਲਾਂ ਕਰਦੇ ਹੋ? ਕਹਿੰਦੇ ਹੀਰਿਆਂ ਦੀ ਕਿਹੜੀ ਗੱਲ ਹੈ? ਭਾਵੇਂ ਕਰੋੜਾਂ ਰਤਨ ਸੋ ਉਹਦੇ ਤੁੱਲ ਕਰੋ, ਨਹੀਂ ਉਹਦੇ ਬਰਾਬਰ ਪਹੁੰਚ ਸਕਦੇ। ਜੇ ਅਗਰ ਸਾਰੀ ਜ਼ਿੰਦਗੀ ਕੇਸਾਂ ਦੀ ਸੰਭਾਲ ਹੀ ਕਰੀ ਜਾਵੇ, ਇਹੋ ਹੀ ਬੰਦਗੀ ਹੈ, ਗੁਰੂ ਦੀ ਪ੍ਰਸੰਨਤਾ। ਸੱਚੇ ਪਾਤਸ਼ਾਹ ਦੇ ਜਿਹੜਾ ਕੇਸ ਕਟਾਉਣ ਦਾ ਰਿਵਾਜ ਚੱਲੇ ਤਾਂ ਦੇਖਾ ਦੇਖੀ ਹੈ। ਕੋਈ ਵੀ ਸੋ ਦੇਵਤਾ, ਰਹਿਬਰ, ਪੈਗੰਬਰ, ਗੁਰੂ, ਅਵਤਾਰ ਕਹਿੰਦੇ ਖੁਸ਼ ਨਹੀਂ ਹੈ ਅਗਰ ਜੇ ਕੋਈ ਕੇਸ ਕੱਟਦਾ ਹੈ। ਤਾਰੀ ਰੀਤ ਭਏ ਦੁਰਭੇਖੀ। ਇਹਨਾਂ ਦੇ ਵਿੱਚ ਜੋ ਦੁਰਭੇਖੀ, ਦਲਿੱਦਰਤਾਈ ਨੂੰ ਵੀ ਕਹਿੰਦੇ ਨੇ, ਦੁਰਭੇਛ ਕਾਲ ਨੂੰ ਵੀ ਕਹਿੰਦੇ ਨੇ, ਭੁੱਖ ਨੂੰ ਕਹਿੰਦੇ ਨੇ। ਅੱਜ ਜੋ ਇਨਸਾਨਾਂ ਦੇ ਵਿੱਚ ਭੁੱਖ ਵਧੀ ਹੋਈ ਹੈ, ਅੱਜ ਸੰਤੋਖ ਖਤਮ ਹੋਇਆ ਪਿਆ, ਧੀਰਜ ਖਤਮ ਹੋਇਆ ਪਿਆ, ਦਲਿੱਦਰਤਾਈ ਨੇ ਘਰ ਕਰ ਲਿਆ। ਭਾਵੇਂ ਦੌਲਤ ਬੜੀ ਹੈ, ਪਰ ਜੇ ਭੁੱਖ ਨਹੀਂ ਖਤਮ ਹੋਈ ਤਾਂ ਦਲਿੱਦਰਤਾ ਹੀ ਹੈ, ਦਲਿੱਦਰਤਾ ਹੀ ਹੈ। ਉਹਦਾ ਮੁੱਖ ਕਾਰਨ ਹੈ ਵੀ ਇਹ ਕੇਸ ਕਟਾਉਂਦਾ ਪਿਆ। ਪਾਤਸ਼ਾਹ ਕਹਿੰਦੇ ਕੇਸਾਂ ਦੀ ਸੰਭਾਲ ਕਰੇ। ਦੇਖੋ ਸੱਚੇ ਪਾਤਸ਼ਾਹ ਕਹਿੰਦੇ ਕਿੱਦਾਂ ਧੀਰਜ ਆਉਂਦਾ ਹੈ, ਕਿੱਦਾਂ ਤ੍ਰਿਸ਼ਨਾ ਖਤਮ ਹੁੰਦੀ ਜੇ ਕਿਤੇ ਕੇਸਾਂ ਦੀ ਸੰਭਾਲ ਕਰੇ। ਕਿਸ ਤਰੀਕੇ ਦੇ ਨਾਲ ਸੋ ਇਹਦਾ ਤਨ ਮਨ ਪਵਿੱਤਰ ਹੁੰਦਾ, ਭਾਵ ਜਿਹੜਾ ਦਲਿੱਦਰਤਾ, ਜਿਹੜੀ ਭੁੱਖ ਖਤਮ ਹੁੰਦੀ ਹੈ, ਦੁਰਭੇਸ਼ ਖਤਮ ਹੁੰਦਾ ਹੈ। ਤੇ ਕੇਸ ਕਟਾਉਂਦੇ ਕਰਕੇ ਕਹਿੰਦੇ ਸਾਰਾ
ਇਹ ਸਿਸਟਮ ਚੱਲਦਾ ਪਿਆ ਹੈ। ਰਚਿਓ ਸੋ ਈਸ਼ਵਰ ਮਾਨੁਖ ਦੇਹ। ਅਕਾਲ ਪੁਰਖ ਪ੍ਰਮਾਤਮਾ ਨੇ ਮਨੁੱਖਾ ਦੇਹੀ ਦੀ ਰਚਨਾ ਕੀਤੀ ਹੈ। ਮਾਨਸ ਦੇਹੀ ਐਵੇਂ ਨਹੀਂ ਮਿਲਦੀ ਹੈ ਕਿਤੇ। ਕਿੰਨੇ ਦੇਖੋ 84 ਲੱਖ ਜੋਨਾਂ ਆ, ਉੱਤਮ ਜਨਮ ਆ, ਸੋ ਮਾਨਸ ਦੇਹੀ ਇਹ ਉੱਤਮ ਹੈ। ਤੇ ਇਹਦੀ ਰਚਨਾ ਅਕਾਲ ਪੁਰਖ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਕੀਤੀ। ਤੇ ਕੇਸ ਕਿਨੇ ਲਾਏ ਨੇ ਨਾਲ? ਕਰਤੇ ਪੁਰਖ ਨੇ ਲਾਏ ਹੋਏ ਨੇ। ਹੁਣ ਬਾਕੀ ਸਰੀਰ ਦਾ ਅੰਗ ਕੋਈ ਚਲਾ ਜਾਵੇ ਤਾਂ ਕਿੰਨਾ ਇਹਨੂੰ ਦੁੱਖ ਹੁੰਦਾ ਹੈ, ਤੇ ਫਿਰ ਕੇਸ ਕਿਉਂ ਕਟਾਉਣਾ? ਇਹ ਕਰਤੇ ਪੁਰਖ ਨੇ ਲਾਏ। ਫਿਰ ਉਹ ਬਾਰ-ਬਾਰ ਉੱਗਦੇ ਪਏ ਨੇ, ਬਾਰ-ਬਾਰ ਉੱਗਦੇ ਪਏ ਨੇ। ਫਿਰ ਕਰਤੇ ਪੁਰਖ ਨਾਲ ਮੱਥਾ ਲਾਇਆ ਹੋਇਆ, ਇਹ ਬਾਰ-ਬਾਰ ਕਟਾਉਣੋਂ ਨਹੀਂ ਹਟਦਾ। ਕਰਤਾ ਪੁਰਖ ਬਾਰ-ਬਾਰ ਉਗਾਉਂਦਾ ਹੈ। ਇਹਨੂੰ ਸਮਝ ਨਹੀਂ ਲੱਗਦੀ। ਇਹਦਾ ਨਹੀਂ ਲਿਖਾ ਦੇ ਹੋਣਾ ਕੇਸ ਕਟਾਉਣ ਦਾ, ਵੀ ਤੈਨੂੰ ਇੰਨੀ ਅਕਲ ਨਹੀਂ ਆਈ, ਸਮਝ ਨਹੀਂ ਆਈ, ਤੂੰ ਬਾਰ-ਬਾਰ ਕਟਾਈ ਜਾਂਦਾ, ਬੇਅਦਬੀ ਕਰੀ ਜਾਂਦਾ ਸੀ। ਵੀ ਜਿੱਥੇ ਕੇਸ ਕੱਟ ਹੁੰਦੇ, ਨਾਈਆਂ ਦੀ ਦੁਕਾਨਾਂ ਦੇਖੋ ਕਿੱਦਾਂ ਰੁਲਦੇ ਪਏ ਆ। ਸੋ ਕਿੰਨੀ ਬੇਅਦਬੀ ਹੁੰਦੀ ਹੈ। ਜਿੰਨਾ ਮਰਜ਼ੀ ਕੋਈ ਧਾਰਮਿਕ ਹੋ ਜਾਵੇ, ਜਿੰਨੇ ਮਰਜ਼ੀ ਮੰਤਰ ਪੜ੍ਹ ਲਵੇ, ਜੋ ਮਰਜ਼ੀ ਕਰੀ ਜਾਵੇ, ਅਗਰ ਕੇਸਾਂ ਦੀ ਬੇਅਦਬੀ ਕਰਦਾ ਪਿਆ ਕੁਝ ਵੀ, ਫਿਰ ਸਫਲ ਨਹੀਂ ਹੋ ਸਕਦਾ, ਧਾਰਮਿਕ ਨਹੀਂ ਹੋ ਸਕਦਾ। ਸੱਚੇ ਪਾਤਸ਼ਾਹ ਕਹਿੰਦੇ ਸੋ ਕੇਸਾਂ ਨੂੰ ਕਟਾਉਣਾ ਘੋਰ ਬੇਅਦਬੀ ਹੈ। ਕਰਿਓ ਸੁਭਾਏ ਮਾਨ ਸਭ ਗ੍ਰੇਹ। ਦੇਖੋ ਇਹ ਮਾਨਸ ਦੇਹੀ ਉੱਤਮ ਜਨਮ, ਤੇ ਸਭ ਤੋਂ ਉੱਤਮ ਹੈ ਬੰਦੇ ਦਾ ਸਿਰ। ਮਹਾਰਾਜ ਕਹਿੰਦੇ ਸੀਸ ਨੂੰ ਉੱਪਰ ਲੈ, ਸਭ ਤੋਂ ਉੱਤਮ ਹੈ। ਉਹ ਸਿਰ ਦੇ ਉੱਤੇ ਵੀ ਕੇਸ ਲਾਏ ਨੇ ਪਾਰ ਬ੍ਰਹਮ ਪਰਮੇਸ਼ਰ ਨੇ। ਕਾਹਦੇ ਵਾਸਤੇ? ਇਸ ਸੀਸ ਦੀ ਸੁੰਦਰਤਾ ਵਧਾਉਣ ਵਾਸਤੇ, ਇਹ ਦਰਸਾਉਣ ਵਾਸਤੇ ਵੀ ਭਾਈ ਜਿਹੜੇ ਕੇਸ ਨੇ ਇਹ ਸਿਰ ਤੋਂ ਵੀ ਉੱਤਮ ਨੇ, ਸਿਰ ਤੋਂ ਵੀ ਵੱਧ ਕੇ ਨੇ। ਸੱਚੇ ਪਾਤਸ਼ਾਹ ਕਹਿੰਦੇ ਕੇਸਾਂ ਦੀ ਸੰਭਾਲ ਆ ਜਾਵੇ ਕਿਤੇ, ਸਿਰ ਦੇ ਵਿੱਚ ਇਹ ਦਿਮਾਗ ਹੁੰਦਾ ਬੰਦੇ ਦਾ, ਤੀਖਣ ਬੁੱਧੀ ਦਾ ਮਾਲਕ ਹੁੰਦਾ। ਜੇ ਕੇਸਾਂ ਦੀ ਸੱਚੇ ਪਾਤਸ਼ਾਹ ਨੇ ਦਸਤਾਰ ਦਿੱਤੀ ਸਾਨੂੰ, ਕੇਸਾਂ ਦੀ ਸੰਭਾਲ, ਦਸਤਾਰ ਦੀ ਇੱਜ਼ਤ। ਸੋ ਸਾਨੂੰ ਇਹ ਕੰਮ ਕਿਤੇ ਕਰਨੇ ਆਣ, ਕਿਤੇ ਆਪਾਂ ਇਹ ਕਰਨੇ ਸ਼ੁਰੂ ਕਰ ਦਈਏ। ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਦੀਆਂ ਬੜੀਆਂ ਖੁਸ਼ੀਆਂ ਨੇ ਇਹਦੇ ਵਿੱਚ, ਪਰ ਨਹੀਂ, ਕੇਸਾਂ ਦੀ ਸੰਭਾਲ ਵੀ ਨਹੀਂ ਹੋ ਰਹੀ ਤੇ ਦਸਤਾਰ ਦੀ ਇੱਜ਼ਤ ਵੀ ਨਹੀਂ ਹੋ ਰਹੀ। ਸੋ ਜਿਸ ਕਰਕੇ ਸਾਡੀ ਬੁੱਧੀ ਜਿਹੜੀ ਹੈ ਵਿਕਾਰਾਂ ਵਾਲੇ ਪਾਸੇ ਨੂੰ ਭੱਜਦੀ ਪਈ ਹੈ। ਜੋ ਪਰਮਾਰਥ ਹੈ, ਜੋ ਅਧਿਆਤਮਿਕ ਮਾਰਗ ਹੈ, ਉੱਧਰ ਨੂੰ ਇੱਕ ਪੈਰ ਨਹੀਂ ਪੁੱਟਦੇ ਪਏ ਅਸੀਂ। ਕਾਰਨ ਕੀ ਹੋਇਆ ਭਾਈ? ਸਾਨੂੰ ਕੇਸਾਂ ਦੀ ਮਹੱਤਤਾ ਦਾ ਹੀ ਨਹੀਂ ਪਤਾ। ਉਤਮਾਂਗ ਪਰ ਸੁੰਦਰ ਕਰੇ। ਸਿਰ ਸਭ ਤੋਂ ਉੱਤਮ ਅੰਗ ਹੈ। ਸਿਰ, ਬਾਕੀ ਜਿੰਨੇ ਅੰਗ ਨੇ ਇਹ ਉੱਤਮ ਅੰਗ ਹੈ। ਸਿਰ ਜਿਹੜਾ ਇਸ ਉੱਤਮ ਅੰਗ ਦੇ, ਇਸ ਸਿਰ ਦੇ ਉੱਤੇ ਕੇਸ ਅਕਾਲ ਪੁਰਖ ਨੇ ਲਾਏ ਨੇ। ਇਹਦਾ ਮਤਲਬ ਸਿਰ ਤੋਂ ਵੀ ਕੀਮਤ ਵਾਲੇ ਨੇ ਇਹ ਜਿਹੜੇ ਕੇਸ ਹਨ। ਅਧਿਕ ਰੂਪ ਕੇਸਨ ਤੇ ਧਰੇ। ਸੋ ਕੇਸਾਂ ਕਰਕੇ ਹੀ ਇਹਦਾ ਰੂਪ ਹੈ, ਇਹਦਾ ਸੋਹਣਾ ਰੂਪ ਹੈ, ਕੇਸਾਂ ਕਰਕੇ ਹੈ। ਸੋ ਜਿਹੜੇ ਕੇਸਾਂ ਨੂੰ ਕਟਾਉਂਦੇ ਫਿਰ ਹੇਅਰ ਸਟਾਈਲ ਕਰਦੇ ਆ, ਜਾਂ ਤਾਂ ਪੂਰੀ ਤਰ੍ਹਾਂ ਰਗੜਾ ਕਰ ਦੇਣ, ਪੂਰੀ ਤਰ੍ਹਾਂ ਟਿੰਡ ਕਢਾ ਲੈਣ। ਵੇ ਤੇ ਹੁਣ ਜਿਹੜਾ ਉਹ ਵੀ ਕੇਸ ਫੇਰ ਵੀ ਬੰਦੇ ਨੂੰ ਕਿੱਦਾਂ ਰੂਪ ਦਿੰਦੇ ਆ ਜਦੋਂ। ਸੋ ਕੇਸ ਥੋੜ੍ਹੇ ਥੋੜ੍ਹੇ ਭਾਵੇਂ ਰੱਖਦਾ ਨਾ, ਫੇਰ ਵੀ ਉਹਦਾ ਚਿਹਰਾ ਸੋਹਣਾ ਬਣਦਾ ਹੈ। ਤੇ ਜਦੋਂ ਐਨ ਪੂਰੀ ਤਰ੍ਹਾਂ ਖਤਮ ਕਰ ਦਿੰਦਾ ਤੇ ਉਦੋਂ ਚਿਹਰਾ ਕਿਹੋ ਜਿਹਾ ਲੱਗਣ ਡਿਆ ਹੁੰਦਾ। ਸੋ ਸਾਰਿਆਂ ਨੂੰ ਭੈੜਾ ਲੱਗਦਾ ਉਹ ਚਿਹਰਾ। ਤੇ ਜਿੱਥੇ ਕੇਸਾਂ ਦੀ ਸੰਭਾਲ ਕੀਤੀ ਹੋਵੇ, ਜੂੜਾ ਹੋਵੇ, ਸੋਹਣੀ ਦਸਤਾਰ ਹੋਵੇ, ਤੇ ਕਿੰਨਾ ਸਰੂਪ ਚੜ੍ਹਦਾ, ਕਿੰਨਾ ਸਰੂਪ ਸੋਹਣਾ ਹੁੰਦਾ ਇਸ ਦਾ। ਤਿਨਹਿ ਮੁੰਡਾਏ ਵਿਚਾਰ ਬਹੀਨੇ। ਵਿਚਾਰ ਨਹੀਂ ਹੈ, ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਕੇਸ ਕਤਲ ਕਰਵਾ ਰਹੇ ਨੇ, ਇਸ ਕਰਕੇ ਸਿਰ ਮਨਵਾ ਰਹੇ ਨੇ। ਕਿਉਂ? ਕਿਉਂਕਿ ਜਿਹੜੀ ਵਿਚਾਰ ਇਹਨਾਂ ਦੇ ਵਿੱਚ ਹੈ ਹੀ ਨਹੀਂ, ਪਤਾ ਹੀ ਨਹੀਂ ਵੀ ਕਿਉਂ, ਕਿੱਥੋਂ ਸ਼ੁਰੂ ਹੋਈ ਇਹ ਰੀਤ, ਇਹਨਾਂ ਦਾ ਮਹਾਤਮ ਕੀ, ਇਹਨਾਂ ਦਾ ਫਾਇਦਾ ਕੀ। ਤੇ ਚਲੋ ਇੱਕ ਤਾਂ ਰੀਤ ਦਾ ਪਤਾ ਹੋਣਾ ਚਾਹੀਦਾ ਵੀ ਕਿੱਥੋਂ ਸ਼ੁਰੂ ਹੋਈ ਆ ਰੀਤ। ਅੰਮ੍ਰਿਤ ਬਾਰੇ ਤਾਂ ਆਪਾਂ ਕਹਿੰਦੇ ਵੀ ਕਿ ਛਕਣਾ ਕਿਉਂ ਜ਼ਰੂਰੀ ਹੈ, ਕਿੱਥੋਂ ਚੱਲਿਆ, ਕਿਵੇਂ ਚੱਲਿਆ। ਤੇ ਕੇਸ ਨੂੰ ਕਤਲ ਕਰਾਉਣਾ, ਤੇ ਇਹਦੇ ਬਾਰੇ ਨਹੀਂ ਕਦੀ ਵਿਚਾਰ ਕੀਤੀ ਵੀ ਇਹਨਾਂ ਦਾ ਕੀ ਲਾਭ ਤੇ ਕੀ ਨੁਕਸਾਨ, ਕਿੱਥੋਂ ਚੱਲੇ ਨੇ, ਇਹ ਰੀਤ ਕਿੱਥੋਂ ਚੱਲੀ ਹੈ, ਇਹਦੇ ਬਾਰੇ ਕਦੀ ਵਿਚਾਰ ਹੀ ਨਹੀਂ ਕੀਤੀ। ਉਹ ਪਤਾ ਵੀ ਆ ਦਸਮ ਪਾਤਸ਼ਾਹ ਜੀ ਨੇ ਅੰਮ੍ਰਿਤ ਤਿਆਰ ਕੀਤਾ, 5 ਪਿਆਰੇ ਸਾਜੇ, ਤੇ ਫਿਰ ਵੀ ਬਾਰ-ਬਾਰ ਦੱਸਣਾ ਪੈਂਦਾ ਹੈ, ਬਾਰ-ਬਾਰ ਕਹਿਣਾ ਪੈਂਦਾ ਵੀ ਅੰਮ੍ਰਿਤ ਛਕਣਾ ਜ਼ਰੂਰੀ ਹੈ। ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਨੇ ਇੰਝ ਅੰਮ੍ਰਿਤ ਤਿਆਰ ਕੀਤਾ ਤੇ ਇਹ ਲਾਭ ਸਤਿਗੁਰਾਂ ਨੇ ਦੱਸੇ, ਪਰ ਬਾਰ-ਬਾਰ ਇਹ ਗੱਲ ਦੱਸਣੀ ਪੈਂਦੀ। ਤੇ ਕੇਸਾਂ ਬਾਰੇ ਕਦੀ ਵਿਚਾਰ ਹੀ ਨਹੀਂ ਕੀਤੀ। ਕਦੋਂ ਇਹ ਕਟਾਉਣੇ ਸ਼ੁਰੂ ਕੀਤੇ ਆ, ਤੇ ਫਿਰ ਇਹਨਾਂ ਦਾ ਨੁਕਸਾਨ ਕੀ ਹੈ, ਰੱਖਣ ਦਾ ਲਾਭ ਕੀ ਹੈ। ਧਰਮ ਚਾਰੁਤਾ ਹਤ ਹਿਤ ਚੀਨੇ। ਸੋ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਮਝ ਲਓ ਵੀ ਇਹ
ਜਿਹੜਾ ਬੰਦਾ ਕੇਸਾਂ ਦਾ ਕਤਲ ਕਰਾਉਂਦਾ ਉਹ ਆਪਣੇ ਹੱਥੀਂ ਆਪਣੇ ਧਰਮ ਦਾ ਨਾਸ਼ ਕਰ ਰਿਹਾ ਹੈ। ਸਭ ਜਗ ਮਹਿ ਫੈਲੀ ਦੁਰਮਤੀ। ਇਹ ਭੈੜੀ ਮੱਤ ਸਾਰੇ ਸੰਸਾਰ ਵਿੱਚ ਫੈਲ ਚੁੱਕੀ, ਭਿਆਨਕ ਵਾਇਰਸ ਹੈ, ਭਿਆਨਕ, ਬਹੁਤ ਭਿਆਨਕ ਵਾਇਰਸ ਹੈ ਜਿਹੜਾ ਸਾਰੇ ਸੰਸਾਰ ਵਿੱਚ ਫੈਲ ਗਿਆ ਹੈ। ਕੋ ਹਟ ਸਕਹਿ ਰੀਤ ਪਿਖ ਅਤੀ। ਸੋ ਹੁਣ ਹਟਦੇ ਹੈ ਨਹੀਂ ਗੇ, ਉਹ ਰੀਤ ਸਮਝ ਕੇ ਵੀ ਰੀਤ ਹੈ, ਇੱਕ ਦੂਜੇ ਦੇਖਾ ਦੇਖੀ ਚੱਲ ਪਿਆ ਕੰਮ। ਸੱਚੇ ਪਾਤਸ਼ਾਹ ਕਹਿੰਦੇ ਇੱਕ ਦੂਜੇ ਵੱਲ ਦੇਖ ਕੇ ਤੇ ਇਹ ਕੰਮ ਚੱਲੀ ਜਾ ਰਿਹਾ, ਜੇ ਕੋਈ ਸਰਾਸਰ ਗਲਤ ਹੈ। ਤਿਸ ਬਿਦ ਕੇ ਸ਼ਲੋਕ ਰਚ ਰਾਖੇ। ਫਿਰ ਉਦਾਂ ਦੇ ਸ਼ਲੋਕ ਮੁੰਡਨ ਸੰਸਕਾਰ ਵਿੱਚ ਪਵਾ ਦਿੱਤੇ ਸਨ ਰਾਜੇ ਨੰਦ ਨੇ ਪੰਡਤਾਂ ਪਾਸੋਂ। ਬੀਚ ਪੁਰਾਨ ਦਿਖਾਵਤ ਸਾਖੇ। ਉਹ ਦਿਖਾਉਣ ਵਾਸਤੇ ਲਓ ਜੀ, ਸਾਡੇ ਪੁਰਾਣਾਂ ਵਿੱਚ ਮੁੰਡਨ ਸੰਸਕਾਰ ਲਿਖਿਆ ਹੋਇਆ, ਪਾਇਆ ਕਿਨੇ? ਪੰਡਤਾਂ ਨੇ। ਪਵਾਇਆ ਕਿਨੇ? ਰਾਜੇ ਨੰਦ ਨੇ। ਲਾਲਚ ਦੇ ਵਿੱਚ ਇਹਨਾਂ ਦੇ ਮੰਤਰਾਂ ਦੀ ਤਾਕਤ ਨੂੰ ਘਟਾਉਣ ਵਾਸਤੇ। ਪੂਰਬ ਲੀਨ ਹੈ ਰੀਤ ਵਿਚਾਰੈ। ਤੇ ਇਹਨਾਂ ਤੋਂ ਪਹਿਲੋਂ ਜਿਹੜੇ ਰਾਜੇ ਮਹਾਰਾਜੇ ਹੋਏ, ਰਿਸ਼ੀ ਮੁਨੀ ਹੋਏ, ਉਹਨਾਂ ਦੀ ਰੀਤ ਨਹੀਂ ਵਿਚਾਰੀ ਪਏ। ਸਾਰੇ ਕੇਸਾ ਧਾਰੀ ਸਨ, ਸਾਡੇ ਅਵਤਾਰ ਪੈਗੰਬਰ ਪਹਿਲੇ ਗੁਰੂ ਸੰਤ ਮਹਾਤਮਾ ਰਿਸ਼ੀ ਮੁਨੀ ਸਾਰੇ ਕੇਸਾ ਧਾਰੀ ਸਨ। ਕਦੀ ਉਹਨਾਂ ਵੱਲ ਨਹੀਂ ਵਿਚਾਰਿਆ, ਕਦੀ ਉਹਨਾਂ ਵੱਲ ਨਹੀਂ ਤੱਕਿਆ। ਕੇਸ ਦਿਜਾਦਿਜ ਬੀ ਸਿਰ ਧਾਰੈ। ਸੋ ਬਸ ਜਿੰਨੇ ਵੀ ਪਹਿਲੇ ਹੋਏ ਆ ਬ੍ਰਾਹਮਣ ਹੋਏ ਨੇ, ਰਿਸ਼ੀ ਮੁਨੀ ਸਾਰੇ ਕੇਸਾ ਧਾਰੀ ਸਨ। ਸ੍ਰੀ ਮੁਖ ਤੇ ਸੁਨ ਬਾਕ ਸੁਹਾਏ। ਨਿਦਾ ਖੱਤਰੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦਰ ਜਦੋਂ ਇਹ ਬਚਨ ਸੁਣੇ। ਨੌ ਨਿਧ ਖੱਤਰੀ ਸਚ ਲਖ ਪਾਏ। ਤੇ ਮਹਾਰਾਜ ਨੇ ਸਮਝਾਤਾ, ਉਹ ਵੀ ਵਿਦਵਾਨ ਬੰਦਾ ਸੀਗਾ। ਕਹਿੰਦਾ ਮਹਾਰਾਜ ਜੀ ਅੱਜ ਪਹਿਲੀ ਵਾਰੀ ਸੋਝੀ ਮਿਲੀ ਹੈ, ਪਹਿਲੀ ਵਾਰੀ ਪਤਾ ਲੱਗਾ ਵੀ ਇਹ ਸਾਡੇ ਜਿਹੜੇ ਪੂਰਵਜ ਸਨ ਸਾਰੇ ਕੇਸਾ ਧਾਰੀ ਸਨ ਤੇ ਕਿੱਥੋਂ ਕੇਸ ਕੱਟਣ ਦਾ ਰਿਵਾਜ ਹੋਇਆ। ਪਹਿਲੀ ਵਾਰੀ ਪਤਾ ਲੱਗਾ ਕੇਸਾਂ ਦਾ ਕੀ ਮਹਾਤਮ, ਅੱਜ ਪਤਾ ਲੱਗਾ। ਦੇਖਾ ਦੇਖੀ ਰੱਖਦੇ ਸਨ, ਦੇਖਾ ਦੇਖੀ ਕੱਟਦੇ ਸਨ, ਤੇ ਰੱਖਣ ਦਾ ਫਾਇਦਾ ਕੀ ਤੇ ਕਟਾਉਣ ਦਾ ਨੁਕਸਾਨ ਕੀ ਹੈ। ਸੱਚੇ ਪਾਤਸ਼ਾਹ ਜੀ ਅੱਜ ਪਤਾ ਲੱਗਾ। ਸ੍ਰੀ ਮੁਖ ਤੇ ਸੁਨ ਬਾਕ ਸੁਹਾਏ। ਸਤਿਗੁਰੂ ਦੇ ਮੁਖਾਰ ਤੋਂ ਸੋਹਣੇ ਬਚਨ ਸੁਣ ਕੇ ਨੌ ਨਿਧ ਖੱਤਰੀ ਸਚ ਲਖ ਪਾਏ। ਉਹਨੇ ਫਿਰ ਇਹਨਾਂ ਬਚਨਾਂ ਨੂੰ ਸੱਚ ਜਾਣਿਆ। ਧੰਨ ਧੰਨ ਗੁਰ ਕਹਿ ਕਰ ਨਮੋ। ਗੁਰੂ ਸਾਹਿਬ ਜੀ ਨੂੰ ਧੰਨ ਸਤਿਗੁਰੂ ਕਹਿ ਕੇ ਨਮਸਕਾਰਾਂ ਕੀਤੀਆਂ ਨਦਾ ਖੱਤਰੀ ਨੇ। ਆਪਣੇ ਘਰ ਗਮਨਿਓ ਤਿਹ ਸਮੋ। ਸੱਚੇ ਪਾਤਸ਼ਾਹ ਤਾਂ ਆਨੰਦ ਆ ਗਿਆ, ਬੜਾ ਗਿਆਨ ਤੁਸੀਂ ਅੱਜ ਬਖਸ਼ਿਆ ਤੇ ਮੱਥਾ ਟੇਕ ਕਰ ਗਿਆ। ਪ੍ਰਭ ਜੀ ਬਸੈ ਆਗਰੇ ਮਾਹੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਵਾਸਾ ਆਗਰੇ ਵਿੱਚ ਹੀ ਰੱਖਿਆ ਹੋਇਆ ਸੀ। ਦਰਸ਼ਨ ਹਿਤ ਆਵਹਿ ਇਕ ਜਾਹੀ। ਸੰਗਤਾਂ ਦਰਸ਼ਨਾਂ ਵਾਸਤੇ ਆਉਣੀਆਂ, ਇੱਕ ਆਉਂਦੀ ਇੱਕ ਜਾਂਦੀ। ਸੁੰਦਰ ਮੰਦਰ ਉਪਵਨ ਵਿਖੈ। ਬਾਗ ਦੇ ਵਿੱਚ ਸੋਹਣਾ ਮਹਿਲ ਸੀ ਜਿੱਥੇ ਸਤਿਗੁਰੂ ਜੀ ਦਾ ਠਹਿਰਾ ਸੀ। ਸਗਨ ਤਰੋਵਰ ਹਰੀਅਲ ਪਿਖੈ। ਤੇ ਇਹ ਬਾਗ ਜਿਹੜਾ ਸੀ ਨਾ, ਇਹਦੇ ਵਿੱਚ ਹਰਿਆਵਲ ਤੇ ਬੜੇ ਜਿਹੜੇ ਦਰਖਤ ਸਨ, ਫਲਾਂ ਦੇ ਨਾਲ ਫੁੱਲਾਂ ਦੇ ਨਾਲ ਲੱਦੇ ਪਏ ਸਨ। ਕੁੰਜਤ ਨਾਨਾ ਰੰਗ ਬਿਹੰਗ। ਜਿਹੜੇ ਪੰਛੀ ਸਨ ਉਹ ਨਾਨਾ ਪ੍ਰਕਾਰ ਦੇ ਰੰਗ ਬਰੰਗੇ ਆਣ ਕੇ ਬਗੀਚੇ ਵਿੱਚ ਚਹਿਲ ਪਹਿਲ ਕਰਦੇ ਸਨ। ਸ਼ੁਭਤ ਬਾਗ ਫਲ ਫੂਲਨ ਸੰਗ। ਇਹ ਬਾਗ ਜਿਹੜਾ ਸੀ ਨਾ ਫੁੱਲਾਂ ਤੇ ਫਲਾਂ ਸਮੇਤ ਸੁਭਾਏਵਾਨ ਸੋਹਣਾ ਲੱਗਦਾ ਸੀ। ਪਾਵਸ ਰਿਤ ਪਸਰੀ ਕਨ ਘੋਰ। ਇਹ ਪਾਵਸ ਦੀ ਰੁੱਤੀ, ਬਰਸਾਤਾਂ ਦੀ ਰੁੱਤ ਹੁਣ ਜੋਬਨ ਤੇ ਸੀ। ਠੌਰ ਠੌਰ ਬਹੁ ਮੋਰਨ ਸ਼ੋਰ। ਤੇ ਥਾਂ ਥਾਂ ਤੇ ਮੋਰਾਂ ਦਾ ਸ਼ੋਰ ਹੋ ਰਿਹਾ ਸੀ, ਖੁਸ਼ ਹੋ ਰਹੇ ਸਨ ਮੋਰ ਬਬੀਹੇ। ਛਿਤ ਪਰ ਪੁੱਲਤ ਭਈ ਜਲ ਪਰਿਕੈ। ਸਾਰੀ ਧਰਤੀ ਪ੍ਰਫੁੱਲਤ ਹੋ ਰਹੀ ਸੀ, ਸਾਰੀ ਧਰਤੀ ਜਲ ਦੇ ਨਾਲ ਭਰੀ ਹੋਈ ਸੀ। ਨਿਕਸਿਓ ਵਹਿਰ ਸਰੋਵਰ ਭਰਿਕੈ। ਸਰੋਵਰਾਂ ਵਿੱਚ ਪਾਣੀ ਇੰਨਾ ਪੈ ਰਿਹਾ ਸੀ, ਉਹ ਉਛਲ ਰਹੇ ਸਨ। ਪਾਣੀ ਵਾਧੂ ਸਰੋਵਰਾਂ ਵਿੱਚ ਪੈ ਰਿਹਾ ਸੀ। ਵੇਗ ਗਾਮਨੀ ਸਲਿਤਾ ਹੋਈ। ਤੇ ਨਦੀਆਂ ਝੋਲ ਝੋਲ ਕੇ ਵਗਦੀਆਂ ਸਨ, ਬਹੁਤ ਪਾਣੀ ਨਦੀਆਂ ਦੇ ਵਿੱਚ ਵਗ ਰਿਹਾ ਸੀ। ਤਪਤ ਹਤੀ ਸੀਤਲ ਸਭ ਕੋਈ। ਧਰਤੀ ਦੀ ਤਪਸ਼ ਸਾਰੀ ਖਤਮ ਹੋ ਗਈ ਸੀ, ਹੁਣ ਠੰਡੀ ਹੋ ਗਈ ਧਰਤੀ। ਬਸਹਿ ਬਾਗ ਮਹਿ ਗੁਰੂ ਚੁਮਾਸਾ। ਗੁਰੂ ਸਾਹਿਬ ਜੀ ਨੇ ਬਰਸਾਤਾਂ ਬਗੀਚੇ ਵਿੱਚ ਬਾਗ ਵਿੱਚ ਬਤੀਤ ਕੀਤੀਆਂ। ਸਿੱਖ ਸੰਗਤ ਕੀ ਪੁਰਵਤ ਆਸਾ। ਸਾਰੀਆਂ ਸੰਗਤਾਂ ਦੀਆਂ ਛਾਵਾਂ ਨੂੰ ਪੂਰਨ ਕੀਤਾ। ਕਬ ਕਬ ਮੇਲ ਸ਼ਾਹੋ ਸੋਬਨੈ। ਕਦੀ ਕਦੀ ਫੇ ਬਹਾਦਰ ਸ਼ਾਹ ਦੇ ਨਾਲ ਵੀ ਮੇਲ ਹੁੰਦਾ ਸੀ। ਕਬ ਸੰਤੋਖ ਸਿੰਘ ਸੋ ਅਬ ਬਨੈ।
ਤੇ ਜਿੱਦਾਂ ਜਿੱਦਾਂ ਬਹਾਦਰ ਸ਼ਾਹ ਨਾਲ ਮੇਲ ਹੋਇਆ, ਜਿੱਦਾਂ ਜਿੱਦਾਂ ਫਿਰ ਸਾਖੀਆਂ ਚੱਲੀਆਂ ਸਾਰੀਆਂ, ਫਿਰ ਕਵੀ ਜੀ ਨੇ ਉਹਨਾਂ ਨੂੰ ਕਲਮਬੰਦ ਕਰਨ ਦਾ ਯਤਨ ਕੀਤਾ ਹੈ। ਤੇ ਹੁਣ ਕੀ ਅਗਲੀ ਸਾਖੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਰਾਮਾਤ ਦੀ ਪਰਿਭਾਸ਼ਾ ਦੱਸਦੇ ਨੇ। ਕਰਾਮਾਤ ਕਿਹਨੂੰ ਕਿਹਾ ਜਾਂਦਾ, ਕੱਲ ਦੀ ਕਥਾ ਵਿੱਚ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖੇਵਾ। ਆਓ ਆਨੰਦ ਸਾਹਿਬ ਦਾ ਪਾਠ ਕਰੀਏ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇਕ ਓੰਕਾਰ ਸਤਿਗੁਰੂ ਪ੍ਰਸਾਨੰਦ ਪਿਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰੋਂ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੀ ਸਾਹਿਬਾ ਕਿਆ ਨਾਹੀ ਕਰ ਤੇਰਾ। ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਹਿਸੁ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ। ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪਿਆਰ। ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ। ਪੰਚ ਦੋਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਨ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੈ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੈ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈਂਦਾ ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।